ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਫਿਲਾਸਫੀ ਦਾ ਇਹ ਦੂਸਰਾ ਫੇਸ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਦਾਸ ਅਤੇ ਨਾਲ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯਾਦ ਰਹੇ ਕਿ ਸਿੱਖ ਫਿਲਾਸਫੀ ਦੇ ਕਈ ਪ੍ਰੋਗਰਾਮ ਕਰਕੇ ਅਸੀਂ ਖਿਮਾ ਮੰਗ ਲਈ ਸੀ, ਕਿਉਂਕਿ ਭਾਈ ਸਾਹਿਬ ਜੀ ਨੇ ਰੁਝਾਵੇਂ ਸਨ, ਦੱਸ ਵੀ ਇੰਡੀਆ ਗਿਆ ਸੀ ਅਤੇ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਦੁਬਾਰਾ ਫਿਰ ਆ ਕੇ ਇੱਥੋਂ ਹੀ ਲੜੀ ਅਗਾਂਹ ਸ਼ੁਰੂ ਕਰਾਂਗੇ। ਅਤੇ ਤੁਹਾਡੀਆਂ ਈਮੇਲਾਂ ਆਈਆਂ, ਉਹਨਾਂ ਦੇ ਆਧਾਰ ਦੇ ਉੱਤੇ ਵੀ ਭਾਈ ਸਾਹਿਬ ਜੀ ਨੇ ਸਬਜੈਕਟ ਚੁਣੇ ਨੇ। ਅਤੇ ਅੱਜ ਦਾ ਜੋ ਪ੍ਰੋਗਰਾਮ ਹੈ, ਯਾਦ ਰਹੇ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਸਾਡੇ ਜੋ ਫੰਡਾਮੈਂਟਲਸ ਨੇ, ਗੁਰਮਤ ਦੀਆਂ ਜਿਹੜੀਆਂ ਬੇਸਿਕ ਗੱਲਾਂ ਨੇ, ਰਵਾਇਤਾਂ ਨੇ, ਰੀਤਾਂ ਨੇ, ਉਹਨਾਂ ਨੂੰ ਗੁਰਮਤ ਦੇ ਚਾਨਣੇ ਦੇ ਵਿੱਚ ਗੁਰਮਤ ਕੀ ਕਹਿੰਦੀ ਹੈ, ਬਾਣੀ ਕੀ ਕਹਿੰਦੀ ਹੈ, ਉਹ ਵਿਚਾਰਿਆ ਜਾਵੇ ਤਾਂ ਕਿ ਸੁਖੈਨ ਢੰਗ ਦੇ ਨਾਲ ਅਸੀਂ ਸਮਝ ਸਕੀਏ। ਅਤੇ ਜਦੋਂ ਸਮਝ ਗਏ ਫਿਰ ਉਹ ਕੰਮ ਕਰਨਾ ਬੜਾ ਸੁਆਦਲਾ ਹੋ ਜਾਂਦਾ ਹੈ। ਅੱਜ ਦਾ ਜੋ ਸਬਜੈਕਟ ਹੈ, ਨਾਮ ਸਿਮਰਨ। ਦੋ ਵੱਖ-ਵੱਖ ਸਬਜੈਕਟ ਨੇ, ਨਾਮ ਅਤੇ ਸਿਮਰਨ। ਅਤੇ ਸੁਖਾਲਾ ਵੀ ਬੜਾ ਹੈ ਅਤੇ ਔਖਾ ਵੀ ਬੜਾ ਹੈ। ਨਾਮ, ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ, ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰਤ ਅਜਾਮਲ ਉਧਰਿਓ ਗਨਕਾ ਹੂੰ ਗਤ ਪਾਈ। ਇੰਨਾ ਸੁਖਦਾਈ ਹੈ ਜਿਹੜੇ ਸੁੱਖਾਂ ਦੀ ਅਸੀਂ ਨਿਤ ਜਾਚਨਾ ਕਰਦੇ ਹਾਂ। ਪਰ ਦੂਸਰੇ ਪਾਸੇ ਆਪ ਹੀ ਕਹਿੰਦੇ ਨੇ, ਆਖਣ ਔਖਾ ਸਾਚਾ ਨਾਉ। ਇਹ ਔਖਾ ਵੀ ਹੈ। ਅਤੇ ਇਹ ਨਾਮ ਕੀ ਹੈ ਜਿਹਦੇ ਬਾਰੇ ਸਤਿਗੁਰੂ ਨੇ ਪ੍ਰੋੜਤਾ ਕੀਤੀ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਰੂ ਕਰਦੇ ਨੇ ਤਾਂ ਉਹ ਵੀ ਸਤਨਾਮ, ਨਾਮ ਤੋਂ ਸ਼ੁਰੂ ਕਰਦੇ ਨੇ। ਜਪਜੀ ਸਾਹਿਬ ਜੀ ਦਾ ਪਹਿਲਾ ਅੰਗ ਹੈ। ਅਤੇ ਜੇ ਜਪਜੀ ਸਾਹਿਬ ਜੀ ਦਾ ਭੋਗ ਪਾਉਂਦੇ ਨੇ, ਉਹ ਵੀ ਉੱਥੇ ਜਾ ਕੇ ਮੁੱਕਦਾ, ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ। ਅਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੁੰਦੀ ਹੈ, ਉੱਥੇ ਵੀ ਜਾ ਕੇ ਤੇਰਾ ਕੀਤਾ ਜਾਤੋ ਨਾਈ ਮੈਨੂੰ ਜੋ ਕਿਤੋਈ, ਮੈਂ ਨਿਰਗੁਣਾਰੇ ਕੋ ਗੁਣ ਨਾਈ ਆਪੇ ਤਰਸ ਪਈ ਹੋਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀ ਵਿਹਰਿਆ। ਨਾਮ ਦੀ ਜਾਚਨਾ ਭਾਵ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਨਾਮ ਦੀ ਪ੍ਰੋੜਤਾ। ਨਾਮ ਕੀ ਹੈ, ਨਾਮ ਕਿੱਦਾਂ ਜਪਣਾ ਹੈ, ਕੀ ਹੈ, ਇਹਦੇ ਉੱਤੇ ਆਪਾਂ ਅੱਜ ਵਿਚਾਰ ਕਰਨੀ ਹੈ ਕਿ ਨਾਮ ਕੀ ਚਾਰ ਅੱਖਰਾਂ ਦਾ ਜੋੜ ਹੈ, ਜਿਹਨੂੰ ਅਸੀਂ ਵਾਹਿਗੁਰੂ ਕਹਿ ਲੈਂਦੇ ਹਾਂ, ਜਾਂ ਕਿਸੇ ਸ਼ਕਤੀ ਦਾ ਨਾਂ ਹੈ, ਜਾਂ ਕਿਸੇ ਵਿਅਕਤੀ ਦਾ ਨਾਂ ਹੈ। ਕਿਉਂ ਲੋੜ ਪਈ? ਕਿਉਂਕਿ ਅੱਜ ਕੱਲ੍ਹ ਬਹੁਤਾਤ ਵਿੱਚ ਇਹ ਪਰੰਪਰਾ ਚੱਲ ਪਈ ਹੈ, ਫਲਾਨਾ ਨਾਮ ਦਿੰਦਾ ਹੈ, ਮੈਂ ਉਹਦਾ ਨਾਮ ਲੈਣਾ ਹੈ, ਮੈਂ ਫਲਾਨੇ ਤੋਂ ਨਾਮ ਲਿਆ ਹੈ। ਅਤੇ ਉਹ ਵੀ ਕੰਨਾਂ ਦੇ ਵਿੱਚ ਕੰਨੀ ਮੰਨੀ ਕੁਰ, ਤੂੰ ਮੇਰਾ ਚੇਲਾ ਤਾਂ ਮੈਂ ਤੇਰਾ ਗੁਰ। ਗਾਂਹ ਕਿਸੇ ਨੂੰ ਦੱਸਣਾ ਨਹੀਂ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਜਾਂ ਗਾਂਹ ਦੱਸਣਾ ਨਹੀਂ, ਕਿ ਇਹ ਚੋਰੀ ਦਾ ਮਾਲ ਹੈ ਜਿਹੜਾ ਦੱਸਣਾ ਨਹੀਂ ਗਾ। ਜੇ ਸੱਚਾਈ ਹੈ ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੋਕਾ ਦੇ ਕੇ ਆਖਿਆ, ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਹੈ ਸਰਬਾਣੀ। ਉਹ ਨਾਮ, ਉਹਦੀ ਵਿਆਖਿਆ ਭਾਈ ਸਾਹਿਬ ਜੀ, ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ, ਉਹ ਆਪਾਂ ਨੂੰ ਦੱਸਣਗੇ ਕਿ ਨਾਮ ਕੀ ਹੈ ਅਤੇ ਬਾਅਦ ਵਿੱਚ ਨਾਮ ਕਿੱਦਾਂ ਜਪਣਾ ਹੈ। ਉੱਥੇ ਵੀ ਆਪਾਂ ਪਹੁੰਚਣਾ ਹੈ। ਸੋ ਭਾਈ ਸਾਹਿਬ ਜੀ, ਕਰੋ ਕਿਰਪਾ, ਪਹਿਲਾਂ ਨਾਮ ਦੀ ਵਿਆਖਿਆ ਤੋਂ ਸ਼ੁਰੂ ਕਰੋ। ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ। ਦਰਅਸਲ ਇਹ ਐਸਾ ਵਿਸ਼ਾ ਹੈ
ਜਿਹੜਾ ਇੱਕ ਸੈਂਟੈਂਸ ਦੇ ਵਿੱਚ ਵੀ ਖਤਮ ਕੀਤਾ ਜਾ ਸਕਦਾ ਹੈ। ਹੂੰ ਤੇ ਜੇ ਇਹਦੀ ਵਿਆਖਿਆ ਕਰਨੀ ਸ਼ੁਰੂ ਕਰ ਦਈਏ, ਭਾਵੇਂ ਕਈ ਦਿਨ ਕਰਦੇ ਰਹੀਏ, ਜੀ ਤਾਂ ਵੀ ਉਹ ਸਮਾਂ ਥੋੜਾ ਹੈ। ਅਸੀਂ ਮੋٹے ਤੌਰ ਤੇ ਇਹ ਜਾਣਨਾ ਹੈ, ਇਹ ਤਾਂ ਸਾਨੂੰ ਪਤਾ ਹੈ, ਤੁਸੀਂ ਵੀ ਭੂਮਿਕਾ ਦੇ ਵਿੱਚ ਗੱਲ ਕਰ ਦਿੱਤੀ ਹੈ ਕਿ ਸਿੱਖ ਦੇ ਜੀਵਨ ਦਾ ਆਧਾਰ ਨਾਮ ਹੈ। ਨਾਮ ਤੋਂ ਬਗੈਰ ਕੋਈ ਚੀਜ਼ ਪ੍ਰਾਪਤ ਹੁੰਦੀ ਨਹੀਂ। ਜੀ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਦੋ ਗੱਲਾਂ ਹੋ ਗਈਆਂ। ਜੀ ਵਾਹਿਗੁਰੂ ਦੇ ਨਾਮ ਨੂੰ ਜਪਣਾ ਤੇ ਆਪਣੀ ਜ਼ਿੰਦਗੀ ਦੇ ਜਿਹੜੇ ਕਾਰ ਵਿਹਾਰ ਹੈ ਉਹ ਨਿਰਮਲ ਕਰਨੇ, ਇਹ ਸਭ ਤੋਂ ਵਧੀਆ ਧਰਮ ਹੈ। ਜੀ ਜਦੋਂ ਅਸੀਂ ਨਾਮ ਦੀ ਗੱਲ ਕਰਦੇ ਹਾਂ ਤੇ ਅਕਸਰ ਨਾਮ ਦੋ ਤਰੀਕੇ ਦੇ ਨਾਲ ਇਹਨੂੰ ਡਿਫਾਈਨ ਕੀਤਾ ਗਿਆ ਹੈ। ਇੱਕ ਤਾਂ ਸੰਗਿਆ ਨਾਂ ਦੇ ਰੂਪ ਦੇ ਵਿੱਚ, ਜਿਵੇਂ ਤੁਹਾਡਾ ਨਾਂ ਡਾਕਟਰ ਸਾਧੂ ਸਿੰਘ ਹੈ, ਮੇਰਾ ਨਾਮ ਅਵਤਾਰ ਸਿੰਘ ਹੈ, ਸਾਡੇ ਸਾਹਮਣੇ ਮੇਰੇ ਹੱਥ ਵਿੱਚ ਪੈਨ ਹੈ, ਅਸੀਂ ਇਹਨੂੰ ਪੈਨ ਦਾ ਨਾਂ ਦੇ ਦਿੱਤਾ ਹੈ। ਅਸੀਂ ਕਿਸੇ ਵਸਤੂ ਨੂੰ ਉਹਦਾ ਇੱਕ ਨਾਂ ਰੱਖ ਲਿਆ ਹੈ, ਨਾਮ। ਇੱਕ ਤਾਂ ਉਹ ਹੈ ਨਾਉਨ। ਔਰ ਕਈ ਵਾਰੀ ਜਿਸ ਬੰਦੇ ਨੇ ਕਦੇ ਕੋਈ ਚੀਜ਼ ਵੇਖੀ ਨਾ ਹੋਵੇ, ਉਹਨੇ ਉਹਨੂੰ ਦੱਸਣਾ ਹੋਵੇ ਤੇ ਉਹ ਉਹਦੇ ਗੁਣਾਂ ਤੋਂ, ਉਹਦੀ ਸ਼ਕਲ ਤੋਂ, ਉਹਦੇ ਹੋਰ ਜਿਹੜੇ ਉਹਦੇ ਹੈਗੇ ਨੇ ਤੌਰ ਤਰੀਕੇ, ਉਹਨਾਂ ਨਾਲ ਹੀ ਉਹ ਦੱਸਣ ਦਾ ਯਤਨ ਕਰਦਾ ਹੈ ਤੇ ਉਹ ਉਹੋ ਜਿਹਾ ਨਾਂ ਰੱਖ ਲੈਂਦਾ ਹੈ। ਜੀ ਹੁਣ ਅਸੀਂ ਵਾਹਿਗੁਰੂ ਦੇ, ਪਰਮਾਤਮਾ ਦੇ ਵੀ ਇਸੇ ਤਰ੍ਹਾਂ ਦੇ ਨਾਂ ਰੱਖੇ ਹੋਏ ਨੇ। ਸਾਨੂੰ ਪਤਾ ਹੈ ਕਿ ਉਹ ਸਾਨੂੰ ਦਾਤਾਂ ਦਿੰਦਾ ਹੈ, ਅਸੀਂ ਉਹਨੂੰ ਦਾਤਾਰ ਕਹਿਣਾ ਸ਼ੁਰੂ ਕਰ ਦਿੱਤਾ ਹੈ। ਸਾਨੂੰ ਪਤਾ ਹੈ ਕਿ ਉਹ ਸਾਡੀ ਪਾਲਣਾ ਕਰਦਾ ਹੈ, ਅਸੀਂ ਉਹਨੂੰ ਪਿਤਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਸਾਨੂੰ ਪਤਾ ਹੈ ਉਹ ਸਾਨੂੰ ਪਿਆਰ ਕਰਦਾ ਹੈ, ਅਸੀਂ ਉਹਨੂੰ ਮਾਤਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਸਾਨੂੰ ਪਤਾ ਹੈ ਉਹ ਰਹਿਮ ਕਰਨ ਵਾਲਾ ਸਾਡੇ ਤੇ, ਅਸੀਂ ਉਸ ਨੂੰ ਰਹੀਮ ਕਹਿਣਾ ਸ਼ੁਰੂ ਕਰ ਦਿੱਤਾ। ਉਹ ਸਾਡੇ ਤੇ ਕਰਮ ਕਰਨ ਵਾਲਾ, ਅਸੀਂ ਕਰੀਮ ਕਹਿਣਾ ਸ਼ੁਰੂ ਕਰ ਦਿੱਤਾ। ਉਹਦੇ ਗੁਣਾਂ ਨੂੰ ਧਿਆਨ 'ਚ ਰੱਖ ਕੇ ਪਰਮਾਤਮਾ ਦੇ ਵੱਖਰੇ ਵੱਖਰੇ ਨਾਮ ਅਸੀਂ ਰੱਖ ਲਏ। ਜੀ ਇੱਕ ਤੇ ਇਹ ਨਾਮ ਜੀ ਜਿਹੜਾ ਅਸੀਂ ਹਰ ਰੋਜ਼ ਵਰਤਦੇ ਹਾਂ, ਤੇ ਵਿਆਕਰਨ ਦੇ ਵਿੱਚ ਵੀ ਇਹਨੂੰ ਨਾਮ ਅਸੀਂ ਆਖਦੇ ਹਾਂ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਕਹਿੰਦੇ ਨਾਊਨ। ਜੀ ਇੱਕ ਤੇ ਹੋ ਗਿਆ। ਦੂਸਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਸਾਹਮਣੇ ਇੱਕ ਇਹ ਰੱਖਿਆ ਖੋਲ ਕੇ ਗੁਰੂ ਸਾਹਿਬਾਂ ਨੇ, ਉਹ ਇਸ ਤੋਂ ਬਹੁਤ ਵੱਡਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਬੜੀ ਲੰਬੀ ਅਸ਼ਟਪਦੀ ਹੈ, ਪੌੜੀ ਹੈ। ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੇ ਨਾਹੀ ਕੋ ਥਾਉ। ਜੇਤਾ ਕੀਤਾ, ਉਸ ਵਾਹਿਗੁਰੂ ਨੇ ਜਿੰਨਾ ਕੁਝ ਵੀ ਪੈਦਾ ਕੀਤਾ ਉਹ ਸਾਰੇ ਦਾ ਸਾਰਾ ਉਹਦਾ ਨਾਮ ਹੈ। ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੇ ਨਾਹੀ ਕੋ ਥਾਉ। ਜੀ ਆਸਾ ਜੀ ਕੀ ਵਾਰ ਦੇ ਵਿੱਚ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜ ਕੇ ਕਰ ਆਸਣ ਡਿਠੋ ਚਾਓ। ਪਹਿਲਾਂ ਉਸ ਵਾਹਿਗੁਰੂ ਨੇ ਆਪਣੇ ਆਪ ਨੂੰ ਪੈਦਾ ਕੀਤਾ, ਆਪੀ ਨੇ ਆਪ ਸਾਜਿਓ। ਵਾਹਿਗੁਰੂ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਵਾਹਿਗੁਰੂ ਨੇ ਪਹਿਲਾਂ ਆਪਣੇ ਆਪ ਨੂੰ ਪੈਦਾ ਕੀਤਾ ਤੇ ਆਪਣੇ ਆਪ ਨੂੰ ਪੈਦਾ ਕਰਨ ਤੋਂ ਬਾਅਦ ਆਪਣੇ ਨਾਮ ਨੂੰ ਪੈਦਾ ਕੀਤਾ। ਹੁਣ ਇੱਥੇ ਇਹ ਗੱਲ ਸੋਚਣਯੋਗ ਹੈ, ਇਹਨੂੰ ਆਪਾਂ ਜਿੰਨਾ ਮਰਜ਼ੀ ਐਕਸਪੈਂਡ ਕਰ ਲਈਏ, ਪਰ ਕਿਉਂਕਿ ਆਪਾਂ ਥੋੜ੍ਹੇ ਸਮੇਂ ਦੇ ਵਿੱਚ ਉਹਦੇ ਸਾਰੇ ਪਹਿਲੂ ਜਿਹੜੇ ਆ ਉਹਨਾਂ ਦੇ ਉੱਤੇ ਵਿਚਾਰ ਕਰਨੀ, ਇਸ ਕਰਕੇ ਇਸ ਵਿਸ਼ੇ 'ਤੇ ਮੇਰਾ ਖਿਆਲ ਇੰਨੀਆਂ ਉਦਾਹਰਨਾਂ ਕਾਫੀ ਹੈ। ਹੁਣ ਵਾਹਿਗੁਰੂ ਨੇ ਆਪਣੇ ਆਪ ਨੂੰ ਪੈਦਾ ਕਰਨ ਤੋਂ ਬਾਅਦ ਆਪਣਾ ਨਾਮ ਪੈਦਾ ਕਰ ਦਿੱਤਾ। ਹੁਣ ਅਸੀਂ ਉਹਨੇ ਆਪਣੇ ਆਪ ਨੂੰ ਤੋਂ ਬਾਅਦ ਆਪਣੇ ਆਪ ਦੀ ਸ਼ੋਭਾ ਪੈਦਾ ਕੀਤੀ, ਨਾਮ ਅਸੀਂ ਸ਼ੋਭਾ ਕਹਾਂਗੇ। ਜਾਂ ਅਸੀਂ ਇੱਕ ਉਹ ਐਕਸਟ੍ਰੀਮ ਪਾਵਰ, ਉਹ ਵਾਹਿਗੁਰੂ ਪਰਮਾਤਮਾ ਦੀ ਸ਼ਕਤੀ ਜਿਹੜੀ ਹੈ ਉਹਨੂੰ ਅਸੀਂ ਕਹਾਂਗੇ। ਜਦੋਂ ਅਸੀਂ ਸ਼ਬਦ ਵਰਤਾਂਗੇ ਨਾਮ ਕੇ ਧਾਰੇ ਸਗਲੇ ਜੰਤ, ਕਿ ਇਹ ਸੰਸਾਰ ਦੇ ਉੱਤੇ ਜਿੰਨੇ ਜੀਵ ਜੰਤ ਪੈਦਾ ਹੋਏ ਹੈ, ਇਹਨਾਂ ਸਾਰਿਆਂ ਦੀ ਉਤਪਤੀ ਨਾਮ ਤੋਂ ਹੋਈ ਹੈ। ਜਿੰਨੇ ਸੰਸਾਰ ਦੇ ਉੱਤੇ ਖੰਡ ਬ੍ਰਹਿਮੰਡ, ਖੰਡ ਹਨ ਕੌਂਟੀਨੈਂਟਸ ਤੇ ਬ੍ਰਹਿਮੰਡ ਹਨ ਯੂਨੀਵਰਸ ਜਿੰਨੇ ਵੀ ਹੈਗੇ ਨੇ। ਹੁਣ ਤਾਂ ਸਾਇੰਸ ਨੇ ਬਹੁਤ ਸਾਰੇ ਲੱਭ ਲਏ। ਜਿੰਨਾ ਕੁਝ ਵੀ ਸੰਸਾਰ ਦੇ ਉੱਤੇ ਦਿਸਦਾ ਜਾਂ ਅਣਦਿਸਦਾ ਪੈਦਾ ਹੋਇਆ ਹੈ, ਇਹ ਸਾਰਾ ਨਾਮ ਤੋਂ ਪੈਦਾ ਹੋਇਆ। ਤੇ ਇੱਥੇ ਇਹ ਗੱਲ ਜੇ ਕਹਿ ਲਈ ਜਾਏ, ਨਾਮ ਦੇ ਵਿੱਚ ਤੇ ਵਾਹਿਗੁਰੂ ਪਰਮਾਤਮਾ ਦੀ ਹੋਂਦ ਵਿੱਚ ਕੋਈ ਫਰਕ ਹੈ ਨਹੀਂ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਬਾਕੀ ਦੇ ਧਾਰਮਿਕ ਗ੍ਰੰਥਾਂ ਤੇ ਵਿਸ਼ਵਾਸਾਂ ਨੇ ਵੀ ਇਹ ਗੱਲ ਐਕਸੈਪਟ ਕੀਤੀ ਹੈ। ਵੇਦ, ਹਿੰਦੂ ਵੇਦ ਇਸ ਗੱਲ ਨੂੰ ਮੰਨਦੇ ਹੈ ਕਿ ਪਰਮਾਤਮਾ ਦਾ ਨਾਮ ਇੱਕ ਧੁਨੀ ਹੈ। ਉਹ ਜਿਹੜੀ ਧੁਨੀ ਹੈ ਉਹ ਓਮ ਦੀ ਧੁਨੀ ਹੈ ਜੀ ਜੀ, ਉਹ ਓਮ ਹੈ। ਇਸਲਾਮ ਦਾ ਵਿਸ਼ਵਾਸ ਹੈ ਕਿ ਉਹ ਜਿਹੜੀ ਤਾਕਤ ਹੈ ਉਹ ਕੁਨ ਅਵਸਥਾ ਹੈ। ਕ੍ਰਿਸਚੈਨਿਟੀ ਉਹਨੂੰ ਵਰਡ ਆਖਦੀ ਹੈ, ਸ਼ਬਦ ਆਖਦੀ ਹੈ। ਸਾਡਾ ਜਿਹੜਾ ਵਿਸ਼ਵਾਸ ਗੁਰੂ ਸਾਹਿਬਾਂ ਨੇ ਸਾਨੂੰ ਦਿੱਤਾ ਹੈ, ਅਸੀਂ ਸਭ ਕੁਝ ਹੀ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਮੰਨਦੇ ਹਾਂ ਤੇ ਉਹਦੇ ਨਾਮ ਤੋਂ ਬਗੈਰ ਸੰਸਾਰ ਦੇ ਵਿੱਚ ਕੋਈ ਵਸਤੂ ਹੈ ਹੀ ਨਹੀਂ। ਇਸੇ ਕਰਕੇ ਵਾਰ-ਵਾਰ ਸਾਨੂੰ ਇਸ ਗੱਲ ਦੀ ਹਦਾਇਤ ਕੀਤੀ ਹੈ ਕਿ ਜੇ ਇਸ ਜੀਵਨ ਦੇ ਵਿੱਚ ਸੁਖੀ ਹੋਣਾ ਨਾ, ਜੇ ਇਸ ਜੀਵਨ ਦੀ ਕਲਾ ਕਲੇਸ਼ ਖਤਮ ਕਰਨੀ ਹੈ, ਜੇ ਇਸ ਜੀਵਨ ਦੇ ਵਿੱਚ ਦੁੱਖਾਂ ਤੋਂ ਛੁਟਕਾਰਾ ਪਾਉਣਾ ਹੈ, ਫਿਰ ਨਾਮ ਦੇ ਨਾਲ ਜੁੜ ਜਾ। ਜਿੱਦਾਂ ਤੁਸੀਂ ਜ਼ਿਕਰ ਕੀਤਾ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ। ਮੁਸ਼ੱਕਤ ਮਿਹਨਤ, ਘਾਲ ਸਫਲ। ਉਹਨਾਂ ਲੋਕਾਂ ਦੀ ਮਿਹਨਤ ਕੀਤੀ ਸਫਲ ਹੋ ਜਾਂਦੀ ਹੈ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ। ਇਹ ਆਪਾਂ ਇਹਨੂੰ ਡਿਵੈਲਪ ਕਰਨ ਤੇ ਧਿਆਏ ਦੇ ਤੇ ਬਾਅਦ ਵਿੱਚ ਗੱਲ ਕਰਾਂਗੇ। ਭਈ ਸਾਡੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੈ ਉਹਨਾਂ ਦਾ ਜਿਹੜਾ ਹੱਲ ਹੈ ਉਹ ਇਹ ਸਿਰਫ ਤੇ ਸਿਰਫ ਇੱਕੋ ਤਰੀਕੇ ਨਾਲ ਹੁੰਦਾ ਹੈ ਕਿ ਅਸੀਂ ਆਪਣਾ ਜਿਹੜਾ ਜ਼ਿੰਦਗੀ ਦਾ ਅਮਲ ਹੈ ਉਹਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜ ਲਈਏ। ਤੇ ਉਹ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਸਾਨੂੰ ਸਿਰਫ ਤੇ ਸਿਰਫ ਗੁਰੂ ਪਾਸੋਂ ਪ੍ਰਾਪਤ ਹੋਣਾ ਹੈ। ਜਿਹੜੀ ਗੁਰਬਾਣੀ ਦੀ ਮੈਂ ਸ਼ੁਰੂ ਵਿੱਚ ਵੀ ਬੇਨਤੀ ਕੀਤੀ ਸੀ ਕਿ ਸਤਿਗੁਰੂ ਉਦਾਹਰਨ ਦਿੰਦੇ ਨੇ ਕਿ ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ ਗਨਕਾ। ਹੁਣ ਗਨਕਾ ਪਾਪਣ ਸੀ, ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਰ ਹਾਰ ਪਰੋਤਾ, ਗਨਕਾ ਹੂੰ ਗਤ ਪਾਈ। ਭਾਵ ਕਿ ਨਾਮ ਸਿਮਰਨ ਕਰਕੇ ਵੱਡੇ ਵੱਡੇ ਪਾਪੀ ਵੀ ਤਰ ਗਏ। ਤੇ ਸਾਡੇ ਵਾਸਤੇ ਪੰਚਮ ਪਾਤਸ਼ਾਹ ਜੀ ਨੇ ਜ਼ਰੂਰੀ ਤਗੀਦ ਕੀਤੀ ਹੈ ਕਿ ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਹੁਣ ਜਿਹੜੀ ਗੱਲ ਤੇ ਵਾਰ-ਵਾਰ ਜ਼ੋਰ ਦਿੱਤਾ ਹੈ, ਹਰ ਕੇ ਨਾਮ ਬਿਨਾ ਦੁੱਖ ਪਾਵੈ। ਅੱਜ ਸਾਡਾ ਆਲਾ ਦੁਆਲਾ ਡਾਕਟਰ ਸਾਹਿਬ, ਅੱਜ ਸਾਡੇ ਕੋਲ ਸੁੱਖ ਸਾਧਨ ਬਹੁਤ ਹੈ ਸੰਸਾਰ ਦੇ ਵਿੱਚ, ਸਾਡੇ ਕੋਲ ਮਨੋਰੰਜਨ ਦੇ ਸਾਧਨ ਵੀ ਬਹੁਤ ਹੈ, ਹੁਣ ਬੜਾ ਪਦਾਰਥ ਹੈ। ਉਸ ਦੇ ਬਾਵਜੂਦ ਵੀ ਅੱਜ ਸੰਸਾਰ ਬਹੁਤਾ ਸੁਖੀ ਨਹੀਂ ਹੈ। ਅੱਜ ਵੀ ਸੰਸਾਰ ਦੇ ਲੋਕ ਸਾਰਾ ਕੁਝ ਹੁੰਦਿਆਂ ਸੁਣਦਿਆਂ ਵੀ ਦੁਖੀ ਹੈ। ਸਟ੍ਰੈਸਫੁਲ ਜ਼ਿੰਦਗੀ ਆ ਉਹਨਾਂ ਦੀ, ਬੜਾ ਪ੍ਰੈਸ਼ਰ ਆ ਉਹਨਾਂ ਦੇ ਉੱਤੇ। ਉਹ ਇਸੇ ਕਰਕੇ ਆ ਹਰ ਕੇ ਨਾਮ ਬਿਨਾ ਦੁੱਖ। ਇਹ ਪੰਕਤੀਆਂ ਦੇਖੋ ਕਿੱਦਾਂ ਮਿਲਦੀ, ਹਰ ਕਾ ਨਾਮ ਸਦਾ ਸੁਖਦਾਈ, ਹਰ ਕੇ ਨਾਮ ਬਿਨਾ ਦੁੱਖ ਪਾਵੇ। ਫਿਰ ਅੰਤਰ ਨਾਮ ਨਿਧਾਨ ਹੈ, ਪੂਰੇ ਸਤਿਗੁਰ ਦਿਆ ਦਿਖਾਈ। ਅੰਤਰ ਉਹ ਜਿਹੜੀ ਗੱਲ ਤੁਸੀਂ ਸ਼ੁਰੂ 'ਚ ਕੀਤੀ ਨਾ, ਭਾਈ ਨਕਲੀ ਲੋਕ, ਕਿਉਂਕਿ ਨਾਮ ਦੀ ਉਹਨਾਂ ਨੂੰ ਪਤਾ ਜ਼ਰੂਰਤ ਹੈ, ਨਾਮ ਜ਼ਿੰਦਗੀ ਦਾ ਆਧਾਰ ਹੈ, ਉਹ ਆਪਣੇ ਲੋਕਾਂ ਨੂੰ ਭਰਮ ਭੁਲੇਖਿਆਂ 'ਚ ਪਾ ਕੇ ਨਾਮ ਦੇਣ ਦੇ ਬਹਾਨੇ ਉਹਨਾਂ ਨੂੰ ਲੁੱਟਣ ਦਾ ਇੱਕ ਪ੍ਰਪੰਚ ਕਰ ਲੈਂਦੇ ਆ। ਗੁਰਬਾਣੀ ਕਹਿੰਦੀ ਹੈ ਕਿ ਉਹ ਜਿਹੜਾ ਨਾਮ ਦਾ ਖਜ਼ਾਨਾ ਹੈ ਨਾ, ਉਹ ਅੰਦਰ ਹੈ। ਅੰਤਰ ਨਾਮ ਨਿਧਾਨ ਹੈ। ਪਰ ਉਹ ਜਿਹੜਾ ਅੰਤਰ ਨਾਮ ਨਿਧਾਨ ਹੈ, ਦੇਖੋ ਅਚਰਜ ਭਇਆ, ਜਿਸ ਠਾਕਰ ਕੋ ਸੁਨਤ ਅਗਾਧ ਬੋਧ, ਸੋ ਹੀਰੇ ਗੁਰ ਦੀਆ। ਵੀ ਸੁਣਦੇ ਸੀ ਉਹ ਰੱਬ ਬੜਾ ਦੂਰ ਹੈ, ਪਹੁੰਚ ਤੋਂ ਬਹੁਤ ਦੂਰ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਮੈਨੂੰ ਸਤਿਗੁਰ ਘਰ ਹੀ ਮਾਹੇ ਦਿਖਾਇਆ ਥਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਉਹ ਜਿਹੜਾ ਨਾਮ ਹੈ ਜਿਹਦੀ ਅਸੀਂ ਗੱਲ ਕਰਦੇ ਹਾਂ, ਉਹ ਦਰਅਸਲ ਬਾਹਰੋਂ ਨਹੀਂ ਮਿਲਦਾ ਕਿਤੋਂ ਵੀ, ਉਹ ਸਾਡੇ ਅੰਦਰੋਂ ਹੀ ਪ੍ਰਗਟ ਹੁੰਦਾ ਹੈ। ਸਾਹਿਬ ਜੀ ਬਾਣੀ ਵਿੱਚ ਵੀ ਕਹਿੰਦੇ ਨੇ, ਜੰਗਲ ਜੰਗਲ ਕਿਆ ਪਵੇ, ਬਣ ਕੰਡਾ ਮੋੜੇ, ਬਸੇ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਉਹ ਜਿਹੜਾ ਨਾਮ ਦਾ ਖਜ਼ਾਨਾ ਹੈ, ਦਰਅਸਲ ਮਨੁੱਖ ਦੇ ਹਿਰਦੇ ਦੇ ਅੰਦਰ ਵਸਦਾ ਹੈ। ਜਦੋਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਕੀਤੀ ਸੀ ਨਾ, ਮਨ ਦੀ, ਕੌਨਸ਼ੀਅਸ ਮਾਈਂਡ, ਸਬ ਕੌਨਸ਼ੀਅਸ ਮਾਈਂਡ, ਅਨਕੌਨਸ਼ੀਅਸ ਮਾਈਂਡ,
ਉਹ ਜਿਹੜੀ ਅਨਕੌਂਸ਼ੀਅਸ ਮਾਈਂਡ ਦੀ ਜਿਹੜੀ ਅਵਸਥਾ ਹੈ ਉਹ ਨਾਮ ਦੀ ਅਵਸਥਾ ਹੈ ਜੀ। ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਗੁਰੂ ਨੇ ਸਾਨੂੰ ਦੱਸਣਾ ਹੈ ਕਿ ਉਹ ਕਿਹੜੇ ਕਾਰਨ ਹੈ ਜਿਨ੍ਹਾਂ ਕਰਕੇ ਸਾਡੇ ਅੰਦਰ ਵਸਿਆ ਨਾਮ ਪ੍ਰਗਟ ਨਹੀਂ ਹੁੰਦਾ। ਉਹ ਜਿਹੜੇ ਕਾਰਨ ਹੈ ਉਹਨਾਂ ਨੂੰ ਦੂਰ ਕਿਵੇਂ ਕਰਨਾ ਹੈ, ਇਹ ਗੁਰੂ ਤੋਂ ਸੋਝੀ ਮਿਲਣੀ ਹੈ। ਗੁਰੂ ਨੇ ਸਾਨੂੰ ਦੱਸਣਾ ਹੈ ਭਈ ਜ਼ਿੰਦਗੀ ਦੇ ਵਿੱਚ ਨਿਰਮਲ ਕਰਮ ਕਰਨ ਤੋਂ ਬਾਅਦ ਹੀ ਜਦੋਂ ਸਾਡੇ ਮਨ ਤੋਂ ਉਹ ਵਿਕਾਰਾਂ ਦੀ ਮੈਲ ਘਟਣੀ ਸ਼ੁਰੂ ਹੁੰਦੀ ਹੈ, ਤਿਵੇਂ ਤਿਵੇਂ ਸਾਡੇ ਹਿਰਦੇ ਦੇ ਵਿੱਚ ਨਾਮ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡੀ ਸਮੱਸਿਆ ਇਹ ਹੁੰਦੀ ਹੈ ਕਿ ਅਸੀਂ ਉਸ ਨਾਮ ਦੀ ਜਿਹੜੀ ਸ਼ਕਤੀ ਹੈ ਜੀ, ਉਹਨੂੰ ਅੰਦਰੋਂ ਭੁਲਾ ਕੇ ਬਾਹਰੋਂ ਲੱਭਣ ਦਾ ਯਤਨ ਕਰਦੇ ਹਾਂ। ਜਿੰਨੇ ਵੀ ਉਦਮ ਕਰਦੇ ਹਾਂ ਧਾਰਮਿਕ ਸੰਸਾਰ ਦੇ ਵਿੱਚ, ਉਹ ਸਾਰੇ ਦੇ ਸਾਰੇ ਆਪਣੇ ਹਿਰਦੇ ਵਿੱਚ ਵਸੇ ਹੋਏ ਨਾਮ ਰੂਪੀ ਜਿਹੜੀ ਉਹ ਜੋਤ ਹੈ ਉਹਨੂੰ ਪ੍ਰਗਟ ਕਰਨ ਲਈ, ਉਹਨੂੰ ਉਜਾਗਰ ਕਰਨ ਵਾਸਤੇ ਕਰਦੇ ਆ। ਚਾਹੇ ਉਹ ਸੁਚੇਤ ਮਨ ਨੂੰ ਕਾਬੂ ਕਰਨਾ ਹੋਵੇ, ਉਹਨੂੰ ਚੁੱਪ ਕਰਾ ਕੇ ਆਪਣੇ ਅਨਕੌਂਸ਼ੀਅਸ ਮਾਈਂਡ ਨੂੰ ਸਟਰੋਂਗ ਕਰਨ ਦਾ ਹੀਲਾ ਹੋਵੇ, ਜਾਂ ਆਪਣੇ ਆਪ ਨੂੰ ਗੁਰੂ ਦੀ ਮੱਤ ਦੇ ਮੁਤਾਬਕ ਘੜੀਏ ਮੱਤ ਪਾਪਾ ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਭਈ ਜੇ ਸਾਡੀ ਮੱਤ ਮਾੜੇ ਕੰਮ ਕਰ ਕਰਕੇ ਗੰਦੀ ਹੋ ਗਈ ਆ, ਮੈਲੀ ਹੋ ਗਈ ਹੈ, ਤੇ ਉਹ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਰੰਗ ਦੇ ਨਾਲ ਧੋਤੀ ਜਾ ਸਕਦੀ ਹੈ, ਉਹਨੂੰ ਸਾਫ਼ ਕੀਤਾ ਜਾ ਸਕਦਾ ਹੈ। ਪਰ ਉਹ ਜਿਹੜਾ ਸਾਫ਼ ਕਰਨ ਦਾ ਢੰਗ ਤਰੀਕਾ ਹੈ ਉਹ ਫਿਰ ਗੁਰੂ ਨੇ ਸਾਨੂੰ ਦੱਸਣਾ ਹੈ। ਤੇ ਸਤਿਗੁਰੂ ਨੇ ਸਿੱਖ ਵਾਸਤੇ ਇਹ ਹੁਕਮ ਕੀਤਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਪਲ ਕੇ ਉੱਠ ਹਰ ਨਾਮ ਤੇ ਆਏ, ਹਰ ਨਾਮ ਤੇ ਆਏ। ਪਰ ਅਗਲੀ ਪੰਕਤੀ ਵੀ ਹੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ। ਹੁਣ ਨਾਮ ਨੂੰ ਪ੍ਰਗਟ ਕਰਨ ਦੀਆਂ ਇਹ ਸਟੇਜਸ ਹੈ ਨਾ, ਵੀ ਉਦਮ ਕਰੇ। ਉਦਮ ਕੀ ਕਰਨਾ ਹੈ ਕਿ ਲੇਜ਼ੀ ਹੋ ਕੇ, ਆਲਸੀ ਹੋ ਕੇ ਸਵੇਰ ਨੂੰ ਰਜਾਈ 'ਚ ਹੀ ਨਾ ਪਿਆ ਰਹੇ ਅੱਧੇ ਦਿਨ ਤੱਕ, ਉਦਮ ਕਰਕੇ ਉੱਠੇ ਜੀ, ਭਲ ਕੇ ਪ੍ਰਭਾਤੀ, ਦੂਸਰੇ ਦਿਨ ਤੜਕੇ ਸਮੇਂ ਸਿਰ ਅੰਮ੍ਰਿਤ ਵੇਲੇ ਜਾਗੇ, ਇਸ਼ਨਾਨ ਕਰੇ। ਪਹਿਲਾਂ ਇਸ਼ਨਾਨ ਕਰਕੇ ਆਪਣੇ ਸਰੀਰ ਨੂੰ ਸੋਧੇ, ਫਿਰ ਅੰਮ੍ਰਿਤਸਰ ਨਹਾਵੇ। ਅੰਮ੍ਰਿਤਸਰ ਦੇ ਅਰਥ ਹੈ ਇੱਥੇ ਸਾਧ ਸੰਗਤ ਰੂਪੀ ਸਰੋਵਰ। ਉਹ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ, ਪਹਿਲਾਂ ਤਾਂ ਇਸ਼ਨਾਨ ਘਰ ਕਰੇ, ਫਿਰ ਅੰਮ੍ਰਿਤਸਰ ਨਹਾਵੇ, ਸਾਧ ਸੰਗਤ ਰੂਪੀ ਅੰਮ੍ਰਿਤ ਸਰੋਵਰ ਦੇ ਵਿੱਚ ਚੁਭੀਆਂ ਲਾਵੇ, ਫਿਰ ਉਹਨੂੰ ਉੱਥੋਂ ਆਪਣੇ ਹਿਰਦੇ ਵਿੱਚ ਨਾਮ ਨੂੰ ਪ੍ਰਗਟ ਕਰਨ ਦੀ ਜਿਹੜੀ ਵਿਧਿਆ ਉਹ ਪ੍ਰਾਪਤ ਹੋਊਗੀ, ਬਾਣੀ ਦੇ ਵਿੱਚ ਮਿਲੂ, ਬਾਣੀ ਦੇ ਵਿੱਚ ਮਿਲੇਗੀ। ਸੋ ਇਹ ਸਾਨੂੰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦ੍ਰਿੜ ਕਰਾਇਆ। ਪਹਿਲਾਂ ਤੇ ਆਪਣਾ ਆਪ ਪਵਿੱਤਰ ਕਰਨਾ, ਫਿਰ ਸਾਧ ਸੰਗਤ ਦਾ ਜਿਹੜਾ ਸਰੋਵਰ ਹੈ ਉੱਥੇ ਜਾ ਕੇ ਨਾਮ ਸਿਮਰਨ, ਕਥਾ ਕੀਰਤਨ ਦੇ ਵਿੱਚ ਸੰਗਤ ਵਿੱਚ ਜੁੜਨਾ। ਇਹ ਨਾਮ ਤੇ ਸਿਮਰਨ ਦੋ ਵੱਖ-ਵੱਖ ਵਿਸ਼ੇ ਨੇ। ਹਾਂਜੀ, ਸਿਮਰਨ ਆਪਾਂ ਹਾਲੇ 10 ਮਿੰਟ ਬਾਅਦ ਇਹ ਤੁਸੀਂ ਗੱਲ ਕੀਤੀ ਕਰਕੇ ਜੀ। ਨਾਮ ਤੇ ਸਿਮਰਨ ਦੋ ਵੱਖ-ਵੱਖ ਵਿਸ਼ੇ ਨੇ। ਅਸੀਂ ਉਹਨਾਂ ਨੂੰ ਕਈ ਵਾਰੀ ਜੋੜ ਲੈਂਦੇ ਹਾਂ। ਜਦੋਂ ਅਸੀਂ ਜੋੜ ਲੈਂਦੇ ਹਾਂ, ਫਿਰ ਉਹਦਾ ਨਾਮ ਦੀ ਜਿਹੜੀ ਇੰਪੋਰਟੈਂਸ ਹੈ, ਜਿਹੜੀ ਨਾਮ ਦੀ ਜਿਹੜੀ ਮਹੱਤਤਾ ਹੈ, ਉਹ ਥੋੜ੍ਹੀ ਜਿਹੀ ਸਿਮਰਨ ਦੇ ਨਾਲ ਜੋੜ ਕੇ ਉਹ ਇੱਕ ਸਾਈਡ 'ਤੇ ਲੈ ਜਾਂਦੇ ਹਾਂ। ਫਿਰ ਅਸੀਂ ਇੱਕ ਸ਼ਬਦ ਦੇ ਵਾਰ-ਵਾਰ ਉਚਾਰਨ ਨੂੰ ਹੀ ਸਿਮਰਨ ਬਣਾ ਲੈਂਦੇ ਹਾਂ। ਦਰਅਸਲ ਉਹ ਗੱਲ ਹੈ ਨਹੀਂ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁਟਕਿਓ। ਭਈ ਜਦੋਂ ਤੱਕ ਮੈਨੂੰ ਇਹ ਲੱਗਦਾ ਸੀ ਨਾ ਵੀ ਮੇਰੇ ਦੁਨੀਆ ਦੇ ਵਿੱਚ ਆਸਰੇ ਹੋਰ ਵੀ ਹੈ, ਮੈਂ ਭੱਜਾ ਫਿਰਦਾ ਸੀ, ਕਦੇ ਉੱਧਰ ਕਦੇ ਉੱਧਰ ਕਦੇ ਉੱਧਰ, ਦੁਆਰੇ ਦੁਆਰ ਸੁਆਨ ਜਿਉਂ ਡੋਲਤ, ਨੈ ਸੁਧ ਰਾਮ ਭਜਨ ਕੀ। ਮੇਰੀ ਇਹ ਅਵਸਥਾ ਬਣੀ ਹੋਈ ਸੀ। ਪਰ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਦਰਅਸਲ ਇਹ ਸਾਰੀ ਦੀ ਜਿਹੜੀ ਸਾਰੀ ਖੇਡ ਹੈ ਉਹ ਤਾਂ ਨਾਮ ਦੀ ਹੈ, ਤੇ ਨਾਮ ਦੀ ਜਿਹੜੀ ਖੇਡ ਹੈ ਉਹਦੇ ਨਾਲ ਜੁੜ ਕੇ ਹੀ ਮੇਰੀ ਜਿਹੜੀ ਭਟਕਣਾ ਹੈ ਉਹ ਖਤਮ ਹੋਣੀ ਹੈ। ਮੇਰੇ ਮਨ ਦੇ ਵਿੱਚ ਠਹਿਰਾਓ ਆਉਣਾ ਹੈ। ਮੇਰੇ ਜਿਹੜੇ ਮਨ ਦੇ ਦੀਆਂ ਚੰਚਲ ਫੁਰਨੇ ਆ ਉਹ ਕਾਬੂ ਵਿੱਚ ਹੋਣੇ ਆ, ਤੇ ਮੇਰੀ ਜ਼ਿੰਦਗੀ ਦੇ ਵਿੱਚ ਟਿਕਾਓ ਆਉਣਾ ਹੈ। ਔਰ ਉਸੇ ਟਿਕਾਓ ਨੂੰ ਸਹਿਜ ਤੇ ਆਨੰਦ ਦਾ ਨਾਂ ਗੁਰਬਾਣੀ ਨੇ ਦਿੱਤਾ ਹੈ।
ਜਦੋਂ ਤੱਕ ਮਨੁੱਖ ਇਹ ਸਮਝੂਗਾ ਕਿ ਮੈਂ ਆਪਣੀ ਮਰਜ਼ੀ ਦੇ ਨਾਲ, ਆਪਣੀ ਹਿੰਮਤ ਦੇ ਨਾਲ, ਆਪਣੀ ਤਾਕਤ ਦੇ ਨਾਲ ਆਹ ਕਰ ਲੈਣਾ ਤੇ ਆਹ ਕਰ ਲੈਣਾ ਤੇ ਆਹ ਕਰ ਲੈਣਾ, ਉਦੋਂ ਤੱਕ ਉਹ ਦੁਖੀ ਹੋਊਗਾ। ਤੇ ਨਾਮ ਸਿਮਰਨ ਲੱਗਿਆ ਭਾਈ ਸਾਹਿਬ ਜੀ, ਇਹ ਵੀ ਬੜਾ ਖਿਆਲ ਰੱਖਣਾ ਪੈਣਾ, ਕੋਈ ਨਾ ਕੋਈ ਨਾਮ ਤੇ ਜ਼ਰੂਰ ਦੇਣਾ ਪੈਣਾ ਹੈ। ਪਰ ਨਾਮ ਦਿੰਦਿਆਂ ਇਹ ਕਿਹਾ ਵੀ ਉਹਦੇ ਅਰਥ ਬਹੁਤਾਤ ਇੱਕ ਅਰਥ ਨਿਕਲਣ। ਇਹ ਨਹੀਂ ਕਦੀ ਮੇਰਾ ਮਨ ਉਧਰ ਪਟ ਕੇ, ਕਦੀ ਮੇਰਾ ਮਨ ਉਧਰ ਪਟ ਕੇ, ਉਧਰ ਭਟਕਣਾ ਵਿੱਚ ਹੀ ਪੈ ਜਾਵੇ। ਤੇ ਮੈਂ ਅੱਜ ਉੱਦਾਂ ਜਿਹੜੀ ਆਮ ਸਾਖੀ ਚੱਲਦੀ ਆ, ਕਹਾਣੀਆਂ ਸੁਣਾਉਂਦੇ ਹੁੰਦੇ ਨਾ, ਵੀ ਉਹ ਕਹਿੰਦਾ ਸੀ, ਕਹਿੰਦਾ ਤੂੰ ਆਪਣਾ ਕੋਈ ਮਹਾਂਪੁਰਸ਼ ਕਹਿੰਦੇ ਤੂੰ ਗੋਬਿੰਦ ਦਾ ਨਾਮ ਜਪਿਆ ਕਰ। ਉਹ ਮਾਈ ਦੇ ਹੁਣ ਘਰ ਵਾਲੇ ਦਾ ਗੋਬਿੰਦ ਸੀਗਾ, ਹਿੰਦੂ ਜਿੱਥੋਂ ਆਪਾਂ ਸੰਸਕ੍ਰਿਤੀ ਆਏ, ਪਤੀ ਦਾ ਨਾਂ ਨਹੀਂ ਲੈਣਾ। ਉਹ ਕਹਿੰਦੀ ਮੁੰਨੀ ਕਾ ਲਾਲਾ, ਮੁੰਨੀ ਕਾ ਲਾਲਾ, ਮੁੰਨੀ, ਇਹ ਜਪੀ ਗਈ। ਪਰ ਕਿਉਂਕਿ ਵਿਸ਼ਵਾਸ ਸੀ, ਦ੍ਰਿੜ ਵਿਸ਼ਵਾਸ ਸੀ, ਤੇ ਉਹ ਆਪਣੀ ਮੰਜ਼ਿਲ ਪਾ ਲਈ। ਜਿਵੇਂ ਪਹਿਲਾਂ ਗੱਲ ਕੀਤੀ ਨਾ ਆਪਾਂ ਡਾਕਟਰ ਸਾਹਿਬ, ਭਈ ਅਸੀਂ ਉਸ ਪਰਮਾਤਮਾ ਦੇ ਗੁਣਾਂ ਨੂੰ ਧਿਆਨ 'ਚ ਰੱਖ ਕੇ ਉਹਦੇ ਨਾਂ ਰੱਖ ਲਏ। ਹੁਣ ਜਾਪ ਸਾਹਿਬ ਹੈ ਹੀ ਇਹ। ਜਾਪ ਸਾਹਿਬ ਦੇ ਵਿੱਚ ਪਰਮਾਤਮਾ ਦੇ ਵੱਖ-ਵੱਖ ਬਹੁਤ ਸਾਰੇ ਨਾਮਾਂ ਦੇ ਨਾਲ ਉਹਨੂੰ ਸੰਬੋਧਨ ਕੀਤਾ ਗਿਆ। ਤੇ ਕਈ ਵਾਰੀ ਸਾਨੂੰ ਲੱਗਦਾ ਹੈ ਵੀ ਜਿਹੜਾ ਰੱਬ ਦੇ ਪ੍ਰਤੀ ਅਸੀਂ ਸ਼ਬਦ ਵਰਤਦੇ ਆ ਨਾ, ਉਹ ਵਧੀਆ ਹੈ। ਜਿਹੜਾ ਕੋਈ ਦੂਸਰਾ ਵਰਤਦਾ ਹੈ ਉਹ ਨਹੀਂ ਵਧੀਆ, ਮੈਂ ਉਹ ਨਾਂ ਨਹੀਂ ਲੈਣਾ। ਹੁਣ ਨਾਮਦੇਵ ਨੂੰ ਸਮੇਂ ਦਾ ਹਾਕਮ ਕਹਿੰਦਾ ਤੂੰ ਖੁਦਾ ਕਹਿ, ਰਾਮ ਨਾ ਕਹਿ, ਤੂੰ ਖੁਦਾ ਕਹਿ। ਉਹ ਕਹਿੰਦਾ ਮੈਂ ਨਹੀਂ ਕਹਿਣਾ ਖੁਦਾ, ਮੈਂ ਰਾਮ ਹੀ ਕਹਿਣਾ। ਨਾਮਦੇਵ ਦੀ ਮਾਂ ਵੀ ਕਹਿੰਦੀ ਹੈ ਵੀ ਨਾਮਦੇਵ ਤੂੰ ਆਪ ਹੀ ਤੇ ਘਰ 'ਚ ਕਹਿਣਾ ਹੁੰਨਾ ਕਿ ਖੁਦਾ ਤੇ ਰਾਮ ਦੇ ਵਿੱਚ ਕੋਈ ਫਰਕ ਨਹੀਂ, ਇਹ ਇੱਕ ਹੀ ਹਸਤੀ ਦੇ ਦੋ ਨਾਂ ਹੈ, ਤੂੰ ਆਪਣੀ ਜਾਨ ਬਚਾ, ਤੂੰ ਖੁਦਾ ਕਹਿ ਦੇ। ਨਾਮਦੇਵ ਕਹਿੰਦਾ ਨਹੀਂ, ਮੈਂ ਆਪਣੀ ਮੌਜ ਵਿੱਚ ਤੇ ਭਾਵੇਂ ਜੋ ਮਰਜ਼ੀ ਕਵਾਂ, ਪਰ ਹਕੂਮਤ ਦੇ ਹਾਕਮ ਦੇ ਜ਼ਬਰ ਦੇ ਸਾਹਮਣੇ ਝੁਕ ਕੇ ਮੈਂ ਇਹ ਨਹੀਂ ਕਹਿਣਾ। ਮਤਲਬ ਉਸ ਵਾਹਿਗੁਰੂ ਦੇ ਜਾਂ ਉਸ ਪਰਮਾਤਮਾ ਦੇ ਵੱਖ-ਵੱਖ ਨਾਂ ਅਸੀਂ ਰੱਖੇ ਆ। ਕੋਈ ਇੱਕ ਫਿਕਸ ਨਾਂ ਨਹੀਂ, ਅਸੀਂ ਰੱਖੇ ਉਹਦੇ। ਹਾਂਜੀ, ਜਿਹੜੀ ਪਹਿਲਾਂ ਨਾਮ ਦੀ ਇੱਕ ਨਾਊਨ ਦੇ ਰੂਪ ਦੇ ਵਿੱਚ ਨਾਂ ਦਿੱਤਾ ਅਸੀਂ ਕਿਸੇ ਨੂੰ, ਉਹ ਅਸੀਂ ਦਿੱਤਾ ਹੈ ਔਰ ਆਪਣੀ ਸਮਝ ਦੇ ਮੁਤਾਬਕ ਦਿੱਤਾ ਹੈ। ਸਿਆਣੇ ਲੋਕ ਉਦਾਹਰਣ ਦਿੰਦੇ ਭਈ ਜਿਸ ਕਿਸੇ ਦੀਆਂ ਅੱਖਾਂ ਨਾ ਹੋਣ, ਉਹਨੂੰ ਤੁਸੀਂ ਪੁੱਛੋ ਹਾਥੀ ਕਿਹੋ ਜਿਹਾ, ਉਹ ਜਿੱਥੇ ਹੱਥ ਲਾਏਗਾ, ਜਿਹੜਾ ਉਹਦੀ ਸੁੰਡ ਨੂੰ ਹੱਥ ਲਾ ਕੇ ਦੇਖੇਗਾ ਉਹ ਕਹੇਗਾ ਇਸ ਤਰ੍ਹਾਂ ਦਾ ਸੌਫਟ ਹੈ। ਉਹਦੀਆਂ ਲੱਤਾਂ ਨੂੰ ਕੋਈ ਹੱਥ ਲਾਏਗਾ ਤਾਂ ਉਹ ਕਹੇਗਾ ਦਰਖਤ ਦੇ ਮੁੱਢ ਵਰਗਾ ਹੈ। ਕੰਨ ਵੇਖੇਗਾ ਉਹ ਕਹੇਗਾ ਪੱਖੇ ਵਰਗਾ ਹੈ। ਪੂਛ ਵੇਖੇਗਾ ਉਹ ਕਹੇਗਾ ਇਸ ਤਰ੍ਹਾਂ ਦਾ ਹੈ। ਦਰਅਸਲ ਉਹਨਾਂ ਵਿੱਚੋਂ ਹਾਥੀ ਕੋਈ ਵੀ ਨਹੀਂ, ਕੁਝ ਵੀ ਨਹੀਂ, ਉਹ ਹਾਥੀ ਦੇ ਵੱਖ-ਵੱਖ ਅੰਗ ਹੈ। ਇਸੇ ਤਰ੍ਹਾਂ ਅਸੀਂ ਆਪਣੀ ਆਪਣੀ ਸਮਝ ਦੇ ਮੁਤਾਬਕ ਉਸ ਪਰਮਾਤਮਾ ਦੇ ਵੱਖਰੇ ਵੱਖਰੇ ਨਾਮ ਰੱਖ ਲਏ, ਪਰ ਸਾਡੇ ਨਾਂ ਰੱਖਣ ਦੇ ਨਾਲ ਨਾ ਪਰਮਾਤਮਾ ਛੋਟਾ ਹੁੰਦਾ ਹੈ ਤੇ ਨਾ ਸਾਡੇ ਕਹਿਣ ਦੇ ਨਾਲ ਸਾਡਾ ਜਿਹੜਾ ਰੱਖਿਆ ਹੋਇਆ ਨਾਮ ਹੈ ਉਹ ਵੱਡਾ ਹੁੰਦਾ ਹੈ। ਗੱਲ ਤਾਂ ਸਿਰਫ ਇੰਨੀ ਹੈ ਕਿ ਉਸ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਹਸਤੀ ਹੈ, ਜਿਹਦੇ ਨਾਲ, ਜਿਹਦੇ ਕਰਕੇ ਸਾਰਾ ਸੰਸਾਰ ਪੈਦਾ ਹੋਇਆ ਹੈ, ਜਿਹਦੇ ਕਰਕੇ ਸਾਰਾ ਕੁਛ ਦਿਸਦਾ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੇਂ ਨਾਹੀ ਕੋ ਥਾਉ, ਜੋ ਕੁਝ ਦਿਖਾਈ ਦਿੰਦਾ ਉਹ ਵਾਹਿਗੁਰੂ ਦਾ ਨਾਮ ਹੈ। ਹੁਣ ਅਸੀਂ ਕੀ ਕਰਨਾ, ਗੁਰੂ ਨੇ ਸਾਨੂੰ ਕੀ ਸੋਝੀ ਦਿੱਤੀ ਹੈ ਕਿ ਅਸੀਂ ਉਸ ਨਾਮ ਦੇ ਨਾਲ ਜੁੜ ਕੇ ਜਿੱਧਰ ਵੀ ਵੇਖਣਾ ਹੈ ਸਾਨੂੰ ਪਰਮਾਤਮਾ ਦਾ ਰੂਪ ਹੀ ਦਿਸਣਾ ਚਾਹੀਦਾ ਹੈ। ਇਹ ਵਿਸ਼ ਸੰਸਾਰ ਤੋਂ ਵੇਖਦਾ ਹੈ, ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਜਦੋਂ ਅਸੀਂ ਇਸ ਤਰ੍ਹਾਂ ਦੀ ਬਿਰਤੀ ਬਣਾ ਲਾਂਗੇ, ਫਿਰ ਸਾਡੇ ਜੀਵਨ ਦੇ ਵਿੱਚੋਂ ਦੂਈ, ਦਵੈਕ, ਈਰਖਾ, ਹੰਕਾਰ ਦੇ ਜਿਹੜੇ ਮਸਲੇ ਆ ਉਹ ਹੱਲ ਹੋ ਜਾਣਗੇ। ਹੁਣ ਗੁਰਬਾਣੀ ਨੇ ਬੜਾ ਖੂਬਸੂਰਤ ਇੱਕ ਉਦਾਹਰਣ ਦਿੱਤੀ ਆ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਥਾਂ। ਹੁਣ ਧਾਰਮਿਕ ਸੰਸਾਰ ਦੇ ਵਿੱਚ ਹਰ ਇੱਕ ਨੂੰ ਪਤਾ ਹੈ ਕਿ ਜਿਹੜੀ ਹਉਮੈ ਹੈ ਇਹ ਬਹੁਤ ਮਾੜੀ ਹੈ। ਗੁਰਬਾਣੀ ਨੇ ਵੀ ਕਿਹਾ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਏ। ਇਹ ਦਾਰੂ ਵੀ ਇਹਦੇ ਵਿੱਚ ਹੈ। ਹਉਮੈ ਦਾ ਰੋਗ ਹੈ, ਦੀਰਘ ਰੋਗ ਹੈ, ਪਰ ਇਹ ਲਾ ਇਲਾਜ ਨਹੀਂ ਹੈ। ਇਹਦਾ ਇਲਾਜ ਹੋ ਸਕਦਾ ਹੈ, ਇਹਦਾ ਇਲਾਜ ਹਉਮੈ ਦੇ ਵਿੱਚ ਹੀ ਹੈ। ਔਰ ਹਉਮੈ ਜਦੋਂ ਤੱਕ ਮਨੁੱਖ ਦੇ ਅੰਦਰ ਹੈ, ਉਦੋਂ ਤੱਕ ਉਹਦੇ ਮਨ ਦੇ ਵਿੱਚ ਨਾਮ ਦਾ ਟਿਕਾਣਾ ਨਹੀਂ ਬਣਦਾ। ਇਹ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਫੈਸਲਾ ਦੇ ਦਿੱਤਾ ਹੈ। ਨਾਮ ਨੂੰ ਆਪਣੇ ਅੰਦਰ ਪ੍ਰਗਟ ਕਰਨ ਦੇ ਲਈ ਆਪਣੀ ਹਉਮੈ ਨੂੰ ਹੌਲੀ ਹੌਲੀ ਘਟਾਉਣਾ ਪਊਗਾ। ਮੈਂ ਬਾਹਰ ਕੱਢਣੀ ਪਊਗੀ, ਤੇ ਮੈਂ ਕੱਢਦਿਆਂ
ਤੂੰ ਨੂੰ ਲੈ ਕੇ ਆਉਣਾ ਪਏਗਾ। ਜਿਵੇਂ ਭਗਤ ਰਵਿਦਾਸ ਜੀ ਨੇ ਕਹਿ ਦਿੱਤਾ ਨਾ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਜਦੋਂ ਅਸੀਂ ਆਪਣੇ ਆਪ ਨੂੰ ਬਾਹਰ ਕੱਢਾਂਗੇ, ਉਦਾਂ ਨਾਮ ਦਾ ਪ੍ਰਕਾਸ਼ ਹੁੰਦਾ ਜਾਊਗਾ। ਇਹਦਾ ਮਤਲਬ ਇਹ ਹੋਇਆ ਕਿ ਸਾਡੀ ਜ਼ਿੰਦਗੀ ਦਾ ਨਿਸ਼ਾਨਾ ਜਿਹੜਾ ਹੈ, ਨਾਮ ਦਾ ਪ੍ਰਕਾਸ਼ ਕਰਦਿਆਂ ਆਪਣੇ ਅੰਦਰੋਂ ਮੈਂ ਮੇਰੀ ਜਿਹੜੀ ਹੈ ਉਹਨੂੰ ਖਤਮ ਕਰਨਾ ਹੈ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਕਿ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਉਹ ਵਸਤੂ ਉਹ ਭਾਂਡੇ ਵਿੱਚੋਂ ਕੱਢਣੀ ਪੈਣੀ ਹੈ ਜੇ ਚਾਹੁੰਦੇ ਆ ਕਿ ਅਸੀਂ ਨਾਮ ਪ੍ਰਵੇਸ਼ ਕਰੇ। ਤੇ ਨਾਮ ਦਾ ਜਿਹੜਾ ਇਹ ਯਾਦ ਰਹੇ ਕਿ ਇਹ ਮਾਰਗ ਪ੍ਰੇਮ ਦਾ ਮਾਰਗ ਹੈ। ਨਾਮ ਗੁਣਾਂ ਦੇ ਨਾਮ ਨੇ। ਨਾਮ ਕੋਈ ਲੈ ਲਈਏ, ਪਰ ਜੇ ਅਸੀਂ ਪ੍ਰੇਮ ਨਾਲ ਉਹ ਨਾਮ ਨਾ ਲਿਆ ਤੇ ਭਾਵੇਂ ਅਸੀਂ ਚੰਗੇ ਤੋਂ ਚੰਗਾ ਨਾਮ ਲਈਏ, ਫਿਰ ਵੀ ਅਸੀਂ ਮੰਜ਼ਿਲ ਤੇ ਨਹੀਂ ਪਹੁੰਚਣਾ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਸਾਚ ਕਹੋ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਸੋ ਪ੍ਰੇਮ ਦੇ ਨਾਲ ਇਹ ਨਹੀਂ ਮੈਂ ਤੁਹਾਡਾ ਨਾਂ ਨਹੀਂ ਲੈਣਾ ਤੇ ਤੁਸੀਂ ਮੇਰਾ ਨਾਂ ਲੈਣਾ, ਮੈਂ ਉਹ ਨਹੀਂ। ਨਾਂ ਸਾਰੇ ਪ੍ਰਭੂ ਦੇ ਨੇ, ਉਹਦੇ ਗੁਣਾਂ ਦੇ ਨਾਂ ਨੇ। ਅਤੇ ਜੇ ਅਸੀਂ ਉਹਨਾਂ ਨਾਂ ਉਹ ਪ੍ਰੇਮ ਦੇ ਨਾਲ ਲੈ ਲਈਏ ਤੇ ਸਾਹਿਬ ਜੀ ਕਹਿੰਦੇ ਨੇ, ਗੁਣ ਮੈਂ ਗੁਣੀ ਸਮਾ ਬਣਿਆ। ਜਿਹੜੀ ਗੱਲ ਹੈ ਨਾ, ਸਾਡੀ ਅਵਸਥਾ ਸੱਜਣ ਨੂੰ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਨੇ, ਤੇ ਉਹਦੇ ਉਪਦੇਸ਼ ਦੇ ਵਿੱਚ ਸ਼ਬਦ ਜਿਹੜਾ ਉਚਾਰਨ ਕੀਤਾ ਹੈ, ਉਜਲ ਕਹਿਹਾਂ ਚਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠ ਜੇ ਸੌ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਾਨ। ਉਹ 'ਚ ਇੱਕ ਪੰਕਤੀ ਆ ਉਸ ਸ਼ਬਦ 'ਚ, ਜੀ ਚਾਕਰੀਆਂ ਚਤੁਰਾਈਆਂ ਅਵਰ ਸਿਆਣਪਾਂ ਕਿਤ, ਜੀ ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਜਿੱਤ। ਇਹਦਾ ਮਤਲਬ ਹੋਇਆ ਵੀ ਜਦੋਂ ਤੱਕ ਸਾਡੀਆਂ ਚਾਕਰੀਆਂ ਚਤੁਰਾਈਆਂ ਕਾਇਮ ਹੈ, ਉਦੋਂ ਤੱਕ ਸਾਡੇ ਹਿਰਦੇ ਵਿੱਚ ਨਾਮ ਦਾ ਵਾਸਾ ਨਹੀਂ ਹੁੰਦਾ। ਜਿਵੇਂ ਜਿਵੇਂ ਨਾਮ ਦਾ ਵਾਸਾ ਹੋਈ ਜਾਊਗਾ, ਤਿਵੇਂ ਤਿਵੇਂ ਚਾਕਰੀਆਂ ਤੇ ਚਤੁਰਾਈਆਂ ਸਾਡੀਆਂ ਖਤਮ ਹੁੰਦੀਆਂ ਜਾਣਗੀਆਂ। ਸਾਡਾ ਜਿਹੜਾ ਜੀਵਨ ਹੈ ਉਹ ਵਾਹਿਗੁਰੂ ਦੀ ਰਜ਼ਾ ਦੇ ਵਿੱਚ, ਵਾਹਿਗੁਰੂ ਦੇ ਭਾਣੇ ਦੇ ਨਾਲ ਇੱਕਮਿਕ ਹੁੰਦਾ ਚਲਿਆ ਜਾਏਗਾ। ਇਹ ਨਿਸ਼ਾਨੀ ਹੈ। ਠੀਕ। ਜੇ ਕਿਸੇ ਨੂੰ ਵੇਖਣਾ ਹੋਵੇ ਨਾ ਵੀ ਕਿਹਦੇ ਹਿਰਦੇ ਵਿੱਚ ਨਾਮ ਵਸਿਆ ਹੋਇਆ, ਗੁਰੂ ਗ੍ਰੰਥ ਸਾਹਿਬ 'ਚ ਅਨੇਕਾਂ ਉਦਾਹਰਨਾਂ ਹੈ। ਉਹਦਾ ਇਹੀ ਪ੍ਰਮਾਣ ਹੈ, ਜਿਹਦੇ ਜੀਵਨ ਦੇ ਵਿੱਚ ਠਹਿਰਾਓ ਆ ਗਿਆ ਹੋਵੇ, ਜਿਹਦੀ ਜ਼ਿੰਦਗੀ ਵਿੱਚ ਸਹਿਜ ਆ ਗਿਆ ਹੋਵੇ, ਜਿਹੜਾ ਜ਼ਿੰਦਗੀ ਦੇ ਹਰ ਵਰਤਾਰੇ ਨੂੰ ਵਾਹਿਗੁਰੂ ਦਾ ਹੁਕਮ, ਵਾਹਿਗੁਰੂ ਦੀ ਰਜ਼ਾ, ਵਾਹਿਗੁਰੂ ਦਾ ਭਾਣਾ ਮੰਨ ਕੇ ਉਹਨੂੰ ਸਵੀਕਾਰ ਕਰਦਾ ਹੋਵੇ ਤੇ ਨਾਲ ਉਦਮ ਕਰਦਾ ਹੋਵੇ, ਉਸੇ ਭਾਣੇ ਵਿੱਚ ਰਹਿ ਕੇ ਸਮਝੋ ਇਹਦੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਜਿਹੜਾ ਨਾਮ ਹੈ ਉਹਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਅਗਲੀ ਗੱਲ ਹੈ ਕਿ ਗੁਰਮਤਿ ਦੇ ਅਨੁਸਾਰ, ਤੁਸੀਂ ਸ਼ੁਰੂ 'ਚ ਸਵਾਲ ਨਾਲ ਹੀ ਕਰ ਦਿੱਤਾ ਸੀ ਕਿ ਨਾਮ ਜਪਣਾ ਕਿਵੇਂ ਹੈ। ਗੁਰਮਤਿ ਅਨੁਸਾਰ ਧੰਨ ਗੁਰੂ ਸਾਹਿਬਾਂ ਦੇ ਸਿੱਖਿਆਵਾਂ ਦੇ ਮੁਤਾਬਕ ਸਾਨੂੰ ਕੋਈ ਵੱਖਰੇ ਕਿਸਮ ਦੀ ਉਚੇਚ ਨਹੀਂ ਕਰਨੀ ਪੈਂਦੀ। ਭਗਤ ਨਾਮਦੇਵ ਜੀ ਦਾ ਬਹੁਤ ਖੂਬਸੂਰਤ ਸ਼ਬਦ ਹੈ, ਹਾਨੀ ਲੈ ਕਾਗਦ ਕਾਟੀ ਲੈ ਗੁੱਟੀ ਆਕਾਸ਼ ਮਦੇ ਪਰਮਈਏ ਲੈ, ਪੰਜ ਜਨਾ ਸਿਓ ਬਾਤ ਬਤਾਊਆ ਚੀਜ਼ ਸੋ ਡੋਰੀ ਰਾਖੀ ਲੈ। ਸ਼ਬਦ ਲੰਬਾ ਹੈ। ਹਾਂਜੀ। ਇਹ ਸ਼ਬਦ ਦੀ ਰਹਾਉ ਦੀ ਪੰਕਤੀ ਹੈ, ਮਨ ਰਾਮ ਨਾਮਾ ਬੇਦੀਏ ਲੈ, ਜੈਸੇ ਕਨਕ ਕਲਾ ਚਿੱਤ ਮਾਂਡੀਏ ਲੈ। ਜਿੱਦਾਂ ਸੁਨਿਆਰੇ ਨੇ ਆਪਣੇ ਮਨ ਨੂੰ ਸੋਨੇ ਦੇ ਵਿੱਚ ਜੋੜਿਆ ਹੋਇਆ ਹੈ, ਅਚੇਤ ਅਵਸਥਾ ਦੇ ਰੂਪ 'ਚ। ਉਹ ਗਾਹਕ ਨਾਲ ਗੱਲਾਂ ਵੀ ਕਰਦਾ ਹੈ, ਪਰ ਸੋਨੇ ਦਾ ਨੁਕਸਾਨ ਨਹੀਂ ਹੁੰਦਾ। ਬਿਲਕੁਲ ਇਸੇ ਤਰ੍ਹਾਂ ਮਨ ਰਾਮ ਨਾਮਾ ਬੇਦੀਏ ਲੈ, ਆਪਣੇ ਮਨ ਨੂੰ ਰਾਮ ਦੇ ਨਾਮ ਦੇ ਵਿੱਚ ਵੇਦ ਕੇ ਰੱਖ। ਵੇਦ ਕੇ ਮੀਨਸ ਬਿਲਕੁਲ ਪਰੋ ਕੇ ਰੱਖ। ਭਈ ਜ਼ਿੰਦਗੀ ਦੇ ਕਾਰ ਵਿਹਾਰ ਕਰਦਿਆਂ, ਜ਼ਿੰਦਗੀ ਦੇ ਕੰਮ ਕਰਦਿਆਂ ਗੁਰਮਤਿ ਦਾ ਸਿਧਾਂਤ ਹੈ ਕਿਰਤ ਕਰਨੀ ਤੇ ਨਾਲ ਨਾਮ ਜਪਣਾ, ਦੋਨੋਂ ਹੀ ਗੱਲਾਂ। ਕੋਈ ਇਹ ਨਾ ਸਮਝੇ ਕਿ ਕਿਉਂਕਿ ਨਾਮ ਜਪਣ ਤੋਂ ਬਗੈਰ ਕਿਸੇ ਚੀਜ਼ ਦੀ ਹੋਰ ਪ੍ਰਾਪਤੀ ਹੋਣੀ ਨਹੀਂ, ਨਾਮ ਜਪਣਾ ਬਹੁਤ ਜ਼ਰੂਰੀ ਹੈ। ਕੋਈ ਇਹ ਨਾ ਸਮਝੇ ਹੁਣ ਕੰਮਕਾਰ ਬੰਦ ਕਰ ਦਿੱਤਾ ਜਾਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ ਉਹੀ ਗੱਲ ਵਾਰ-ਵਾਰ ਕੀਤੀ ਜਾਏ, ਉੱਦਮ ਕਰਨਾ ਬੰਦ ਕਰ ਦਿੱਤਾ ਜਾਏ। ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਗੁਰਬਾਣੀ ਕਹਿੰਦੀ ਹੈ ਜ਼ਿੰਦਗੀ ਜਿਉਂਦਿਆਂ ਜਿਵੇਂ ਇੱਕ ਬੱਚਾ ਦੁਕਾਨ ਤੋਂ ਕਾਗਜ਼ ਲੈ ਕੇ ਆਉਂਦਾ ਹੈ, ਉਹਨੂੰ ਕੱਟ ਕੇ ਪਤੰਗ ਬਣਾਉਂਦਾ ਹੈ ਤੇ ਉਸ ਪਤੰਗ ਨੂੰ ਅਸਮਾਨ ਦੇ ਵਿੱਚ ਉਡਾਉਂਦਾ ਹੈ।
ਆਪਣੇ ਆਸ-ਪਾਸ ਬੈਠੇ ਸੱਜਣਾ ਮਿੱਤਰਾਂ ਨਾਲ ਹਾਸੇ ਮਖੌਲ ਵੀ ਕਰਦਾ, ਠੱਠਾ ਵੀ ਕਰਦਾ ਹੈ, ਪਰ ਉਸ ਦੇ ਬਾਵਜੂਦ ਵੀ ਉਸ ਦਾ ਧਿਆਨ ਪਤੰਗ ਦੀ ਡੋਰੀ ਦੇ ਵਿੱਚ ਜੁੜਿਆ ਹੋਇਆ। ਇਸੇ ਤਰ੍ਹਾਂ ਜ਼ਿੰਦਗੀ ਦੇ ਕਾਰ ਵਿਹਾਰ ਕਰਦਿਆਂ, ਆਪਣੀਆਂ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੀ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਮਨ ਰੂਪੀ ਜੁੜ ਕੇ ਰਹਿਣਾ। ਹੱਥ ਕਾਰ ਵੱਲ, ਮਨ ਚਿੱਤ ਕਰਤਾਰ ਵੱਲ। ਸੋ ਨਾਮ ਜਿੰਨਾ ਜਪਣਾ ਜ਼ਰੂਰੀ ਹੈ, ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਬਾਰ-ਬਾਰ ਇਹੋ ਤਕੀਦ ਕਰਦੇ ਨੇ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਪਖੜੇ। ਹੁਣ ਇਹ ਭਾਈ ਸਾਹਿਬ ਜੀ ਇਹਦੇ ਅਰਥ ਕਰਨ ਦੀ ਕੋਈ ਲੋੜ ਨਹੀਂ, ਠੇਠ ਪੰਜਾਬੀ ਹੈ, ਪਤਾ ਸਾਨੂੰ ਸਮਝ ਆਉਂਦੀ ਹੈ। ਉਹੋ ਹੀ ਹੈ ਕਿ ਮਨ ਜਾਣਤ ਸਭ ਬਾਤ ਜਾਨਤ ਹੀ ਆਪ ਬਣ ਕਰੇ। ਉਹ ਸਾਡੀ ਬਾਤ ਹੈ, ਸਭ ਕੁਝ ਜਾਣਦੇ ਆ। ਹੁਣ ਆ ਪੰਕਤੀ ਮੈਂ ਪੜ੍ਹਦਾ ਸੀਗਾ ਕਿ ਨਾਮ ਬਿਨਾ ਜੋ ਪਹਿਰੇ ਖਾਏ, ਜਿਉ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾ ਜੇਤਾ ਵਿਵਹਾਰ, ਜਿਉ ਮਿਰਤਕ ਮਿਥਿਆ ਸਿਗਾਰ, ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਅਸੀਂ ਕਹਿੰਦੇ ਆ ਕਿ ਸਾਨੂੰ ਸੁੱਖ ਨਹੀਂ ਮਿਲਦੇ, ਆ ਹੁਣ ਮਹਾਰਾਜ ਕਹਿੰਦੇ ਸੁੱਖ ਸੁਪਨੇ ਵਿੱਚ ਵੀ ਨਹੀਂ ਆ ਸਕਦੇ। ਇਹ ਗੱਲਾਂ ਬੜੀਆਂ ਸੌਖੀਆਂ ਸਮਝਣੀਆਂ, ਕੋਈ ਔਖਾ ਨਹੀਂ, ਇਹ ਸਭ ਕੁਝ ਸੌਖਾ ਸਮਝ ਆਉਂਦਾ ਹੈ। ਪਰ ਸਾਡੇ ਮਨ 'ਚ ਨਾ ਕਿਤੇ ਨਾ ਕਿਤੇ ਇੱਕ ਸੋਚ ਆ ਜਾਂਦੀ ਹੈ ਕਿ ਜੇ ਅਸੀਂ ਆਪਣੇ ਤੌਰ ਤੇ ਉਦਮ ਨਾ ਕੀਤਾ ਤੇ ਸ਼ਾਇਦ ਸਾਡਾ ਕੰਮ ਨਾ ਹੀ ਬਣੇ। ਉਹ ਜਿਹੜੀ ਵਾਹਿਗੁਰੂ ਦੇ ਉੱਤੇ ਇੱਕ ਵਿਸ਼ਵਾਸ ਦੀ ਗੱਲ ਹੈ, ਪਰਮਾਤਮਾ ਤੇ ਵਿਸ਼ਵਾਸ ਦੀ ਗੱਲ ਹੈ, ਪੂਰਨ ਵਿਸ਼ਵਾਸ ਦੀ, ਉਹ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਕਮਜ਼ੋਰ ਹੈ। ਬਹੁਤੀ ਵਾਰੀ ਇਹ ਹੁੰਦਾ ਹੈ ਕਿ ਅਸੀਂ ਸੱਚਮੁੱਚ ਹੀ ਇਮਾਨਦਾਰੀ ਦੇ ਨਾਲ ਗੁਰੂ ਦਾ ਦੱਸਿਆ ਜੀਵਨ ਮਾਰਗ ਜਿਉਣਾ ਚਾਹੁੰਦੇ ਹਾਂ, ਪਰ ਸਾਡੇ ਮਨ ਦੇ ਵਿੱਚ ਉਹ ਜਿਹੜੀ ਚਿੰਤਾ ਵਾਲੀ ਗੱਲ ਹੈ, ਦੁਬਿਧਾ ਵਾਲੀ ਗੱਲ ਹੈ, ਉਹ ਬਣੀ ਰਹਿੰਦੀ ਹੈ। ਸਾਨੂੰ ਲੱਗਦਾ ਹੈ ਕਿ ਸ਼ਾਇਦ ਇੱਦਾਂ ਕੀਤਿਆਂ ਇੱਦਾਂ ਕਰਨਾ ਪਏ, ਇੱਦਾਂ ਕਰਨਾ ਪਏ, ਇੱਦਾਂ ਕਰਨਾ ਪਏ। ਅਸੀਂ ਗੁਰੂ ਨੇ ਸਾਨੂੰ ਬਹੁਤ ਸੌਖਾ ਤੇ ਸਿੱਧਾ ਜੀਵਨ ਮਾਰਗ, ਗਾਡੀ ਰਾਹ, ਗੁਰਮਤਿ ਗਾਡੀ ਰਾਹ ਦਿੱਤਾ ਹੈ। ਉਹ ਕੋਈ ਬਹੁਤਾ ਔਖਾ ਕੰਮ ਹੈ ਨਹੀਂ, ਉਹਦੇ ਮੁਤਾਬਕ ਜ਼ਿੰਦਗੀ ਜਿਹੜੀ ਜਿਉਣੀ ਹੈ ਉਹ ਕੋਈ ਔਖੀ ਨਹੀਂ। ਪਰ ਸਾਡੇ ਮਨ ਦੇ ਵਿੱਚ ਕਈ ਵਾਰੀ ਸ਼ੰਕਾ ਬਣਿਆ ਰਹਿੰਦਾ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਨਾ ਪੂਰਨ ਸਮਰਪਣ ਦੀ, ਟੋਟਲ ਸਰੈਂਡਰ ਟੂ ਆਵਰ ਗੁਰੂ, ਉਹ ਅਵਸਥਾ ਨਹੀਂ ਬਣਦੀ। ਭਾਵੇਂ ਅਸੀਂ ਇਹ ਕਹਿੰਦੇ ਤਾਂ ਹਾਂ, ਅਸੀਂ ਜਦੋਂ ਨਾਮ ਦੀ ਗੱਲ ਕਰਦੇ ਹਾਂ, ਕਬੀਰ ਸਾਹਿਬ ਦੇ 2 ਸ਼ਲੋਕ ਨੇ, ਮੈਂ ਉਹਨਾਂ ਦਾ ਜ਼ਿਕਰ ਕਰ ਲਾਂ, ਫਿਰ ਆਪਾਂ ਸਿਮਰਨ ਦੀ ਗੱਲ ਕਰਦੇ ਹਾਂ ਜੀ। ਸਾਰੇ ਸਮਕਾਲੀ ਸਨ। ਭਗਤ ਨਾਮਦੇਵ ਜੀ ਸ਼ੀਂਬੇ ਸਨ, ਕੱਪੜੇ ਰੰਗਦੇ ਸਨ, ਤੇ ਤਰਲੋਚਨ ਜੀ ਉਹਨਾਂ ਦੇ ਮਿੱਤਰ ਸਨ। ਤਰਲੋਚਨ ਜੀ ਕਿਤੇ ਉਹਨਾਂ ਨੂੰ ਮਿਲਣ ਵਾਸਤੇ ਗਏ ਤੇ ਭਗਤ ਨਾਮਦੇਵ ਜੀ ਫਟਾਫਟ ਠੱਪਾ ਲਾ ਰਹੇ ਸੀ, ਕੱਪੜੇ ਦੇ ਉੱਤੇ ਛਾਪ ਰਹੇ ਸੀ ਉਹਨੂੰ, ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਤਰਲੋਚਨ ਆਇਆ। ਕਬੀਰ ਸਾਹਿਬ ਨੇ ਆਪਣੇ ਸ਼ਲੋਕਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਤੇ ਤਰਲੋਚਨ ਆਖਦਾ ਹੈ ਭਈ ਹੈ ਨਾਮਦੇਵ, ਤੂੰ ਤਾਂ ਮਾਇਆ ਵਿੱਚ ਫਸ ਗਿਆ, ਨਾਮਾ ਮਾਇਆ ਮੋਇਆ, ਕਹੇ ਤਰਲੋਚਨ ਮੀਤ, ਕਾਹੇ ਛਾਪੋ ਸ਼ਾਇਲੇ, ਰਾਮ ਨਾ ਲਾਵੋ ਚੀਤ। ਵੀ ਇੰਨਾ ਆਪਣੇ ਕੰਮ 'ਚ ਰੁੱਝ ਗਿਆ ਤੂੰ, ਵੀ ਤੂੰ ਰੱਬ ਵੱਲ ਆਪਣਾ ਚਿੱਤ ਹੀ ਨਹੀਂ ਜੋੜਦਾ। ਫਿਰ ਕਬੀਰ ਸਾਹਿਬ ਨੇ ਉਸੇ ਗੱਲ ਦਾ ਜਵਾਬ ਭਗਤ ਨਾਮਦੇਵ ਜੀ ਵੱਲੋਂ ਦਿੱਤਾ, ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਜਦੋਂ ਅਸੀਂ ਸਵਾਸ ਵਾਹਿਗੁਰੂ ਦੇ ਨਾਮ ਨੂੰ ਜਪਣ ਦੀ ਗੱਲ ਕਰਦੇ ਹਾਂ, ਸਵਾਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨ ਦੀ ਗੱਲ ਕਰਦੇ ਹਾਂ, ਉਹਦਾ ਮਤਲਬ ਇਹ ਨਹੀਂ ਕਿ ਹਰ ਸਵਾਸ ਦੇ ਵਿੱਚੋਂ ਸਾਨੂੰ ਉਹਦੀ ਆਵਾਜ਼ ਆਉਣੀ ਚਾਹੀਦੀ ਹੈ। ਉਹਦਾ ਮਤਲਬ ਇਹ ਹੈ ਕਿ ਜਿੰਨੇ ਵੀ ਸਾਹ ਅਸੀਂ ਜਿਉਂਦੇ ਹਾਂ, ਜਿੰਨਾ ਵੀ ਸਾਡੀ ਜ਼ਿੰਦਗੀ ਦਾ ਸਮਾਂ, ਭਾਵੇਂ ਅਸੀਂ ਕੁਝ ਵੀ ਕਿਉਂ ਨਾ ਕਰਦੇ ਹੋਈਏ, ਸਾਡੀ ਜਿਹੜੀ ਸੁਰਤ ਹੈ ਉਹਦੇ ਵਿੱਚੋਂ ਵਾਹਿਗੁਰੂ ਨਹੀਂ ਵਿਸਰਨਾ ਚਾਹੀਦਾ। ਵਾਹਿਗੁਰੂ ਦੀ ਹਮੇਸ਼ਾ ਯਾਦ ਬਣੀ ਰਹਿਣੀ ਚਾਹੀਦੀ ਹੈ। ਜੇ ਸਾਨੂੰ ਪਤਾ ਹੋਵੇ ਕਿ ਵਾਹਿਗੁਰੂ ਮੇਰੇ ਅੰਗ ਸੰਗ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤਾਂ ਫਿਰ ਸਾਡੇ ਮਨ ਦੇ ਵਿੱਚੋਂ ਉਹ ਸ਼ੰਕੇ ਵੀ ਖਤਮ ਹੋ ਜਾਣਗੇ, ਤੇ ਸਾਡੇ ਮਨ ਦੇ ਵਿੱਚੋਂ ਜਿਹੜਾ ਦੂਜਾ ਭਉ ਹੈ ਉਹ ਵੀ ਖਤਮ ਹੋ ਜਾਊਗਾ, ਤੇ ਸਾਡੇ ਮਨ ਦੀਆਂ ਚੁਤਰਾਈਆਂ ਵੀ ਘਟਣੀਆਂ ਸ਼ੁਰੂ ਹੋ ਜਾਣਗੀਆਂ। ਤੇ ਉਹ ਨਾਮ ਰੂਪੀ ਜਿਹੜੀ ਤਾਕਤ ਹੈ, ਫਿਰ ਮੈਂ ਗੱਲ ਕਰਾਂ ਕਿ ਵਾਹਿਗੁਰੂ ਪਰਮਾਤਮਾ ਦਾ ਨਾਮ ਜਿਹੜਾ ਉਹ ਇੱਕ ਐਸੀ ਸ਼ਕਤੀ ਹੈ ਜਿਹੜੀ ਵਾਹਿਗੁਰੂ ਨੇ ਆਪ ਆਪਣੇ ਤੋਂ ਬਾਅਦ ਪੈਦਾ ਕੀਤੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਹੈ। ਔਰ ਉਹ ਜਿਹੜੀ ਤਾਕਤ ਹੈ, ਉਹ ਜਿਹੜੀ ਸ਼ਕਤੀ ਹੈ,
ਜਿਹੜੀ ਸਾਰੇ ਸੰਸਾਰ ਨੂੰ ਚਲਾ ਰਹੀ ਹੈ, ਅਸੀਂ ਉਸ ਸ਼ਕਤੀ ਦਾ ਹਿੱਸਾ ਬਣਨ ਵਾਸਤੇ ਨਾਮ ਦੇ ਨਾਲ ਜੁੜ ਕੇ ਰਹਿਣਾ ਹੈ। ਨਾਮ, ਜਿਸ ਤਰ੍ਹਾਂ ਭਾਈ ਸਾਹਿਬ ਜੀ ਤੁਸੀਂ ਦੱਸਿਆ ਹੈ ਕਿ ਸਾਡੇ ਵਿੱਚ ਜੋ ਸ਼ੰਕਾ, ਥੋੜ੍ਹਾ ਸ਼ੰਕਾ ਕਿਤੇ ਵੀ ਕਿਸੇ ਕੋਰਨ ਵਿੱਚ ਬੈਠਾ ਹੁੰਦਾ ਹੈ, ਉਹ ਸਾਨੂੰ ਫੁੱਲੀ ਸਰੈਂਡਰ ਹੋਣ ਤੋਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਝਿਜਕ ਜ਼ਰੂਰ ਲੱਗ ਜਾਂਦੀ। ਜੇ ਅਸੀਂ ਆਪਾਂ ਸਮਰਪਣ ਕਰ ਦਈਏ, ਇਹ ਨਹੀਂ ਕਿ ਸਾਰੇ ਕੰਮ ਕਾਜ ਛੱਡ ਕੇ, ਜਿੱਦਾਂ ਕਬੀਰ ਜੀ ਨੇ, ਤਲੋਚਨ ਜੀ ਨੇ ਆਖਿਆ ਕਿ ਕੰਮ ਕਰ ਪੈ ਮਾਲਾ ਫੜ ਕੇ ਬਹਿ ਜਾਓ, ਨਹੀਂ। ਨਾਮ ਸਿਮਰਨ ਪੰਚਮ ਪਾਤਸ਼ਾਹ ਸੁਖਮਨੀ ਦੇ ਵਿੱਚ ਕਹਿੰਦੇ ਨੇ ਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕਰ ਕੋ ਰਖ ਮਨ ਮਾਹੇ, ਜੇ ਪ੍ਰਸਾਦ ਸੁਗੰਧ ਤਾਂ ਲਾਵੇ, ਤਿਸ ਕੋ ਸਿਮਰਤ ਪਰਮਤ ਪਾਏ। ਜਿਹੜਾ ਵੀ ਕੰਮ ਕਰਦਾ ਹੈ, ਉਹ ਕੰਮ ਕਰਦਾ ਤੂੰ ਉਸ ਨੂੰ ਚੇਤੇ ਰੱਖ ਕੇ ਉਹਦੀਆਂ ਦਾਤਾਂ ਨੇ, ਉਹਨੇ ਸਭ ਕੁਝ ਦਿੱਤਾ ਹੈ, ਉਹਦੀਆਂ ਬਖਸ਼ਾਂ ਮੈਂ ਭੋਗ ਰਿਹਾ, ਤੇ ਇਹ ਸਾਡਾ ਸਿਮਰਨ ਹੈ। ਜਦੋਂ ਅਸੀਂ ਭੁੱਲ ਜਾਂਦੇ ਹਾਂ ਕਿ ਨਹੀਂ ਜੀ ਇਹ ਮੇਰੀ ਕਮਾਈ ਹੈ ਤੇ ਮੇਰੀ ਹਿੰਮਤ ਹੈ, ਇੱਥੇ ਫਿਰ ਦੂਜ ਪੈਦਾ ਹੁੰਦੀ ਹੈ। ਤੇ ਹੁਣ ਭਾਈ ਸਾਹਿਬ ਜੀ ਸਿਮਰਨ ਤੇ ਜਿਹੜੀ ਗੱਲ ਸਿਮਰਨ ਦੀ ਹੈ ਨਾ, ਸਿਮਰਨ ਦੇ ਲਫ਼ਜ਼ੀ ਅਰਥ ਆ ਯਾਦ ਕਰਨਾ। ਤੁਸੀਂ ਗੱਲ ਕਰ ਹੀ ਦਿੱਤੀ, ਯਾਦ ਕਰਨਾ ਜਾਂ ਯਾਦ ਰੱਖਣਾ। ਯਾਦ ਇਹ ਰੱਖਣਾ ਹੈ ਕਿ ਮੈਂ ਉਸ ਵਾਹਿਗੁਰੂ ਪਰਮਾਤਮਾ ਦੀ ਨਾਮ ਰੂਪੀ ਸ਼ਕਤੀ ਦਾ ਪੈਦਾ ਕੀਤਾ ਹੋਇਆ ਔਰ ਨਾਮ ਰੂਪੀ ਸ਼ਕਤੀ ਦਾ ਚਲਾਇਆ ਹੋਇਆ ਚੱਲ ਰਿਹਾ। ਤੇ ਸਿਮਰਨ ਦੀ ਜਿਹੜੀ ਪਹਿਲੀ ਸਟੇਜ ਹੈ, ਉਹ ਹੈ ਬਿਰਹਾ। ਬਿਰਹਾ ਹੁੰਦਾ ਹੈ ਵਿਛੋੜੇ ਦੀ ਤੜਫ। ਜਿਨ੍ਹਾਂ ਕਿਸੇ ਨੇ ਬਿਰਹਾ ਮਹਿਸੂਸਿਆ ਨਾ, ਉਹਨਾਂ ਨੂੰ ਪਤਾ ਇਸ ਗੱਲ ਦਾ। ਗੁਰਬਾਣੀ ਨੇ ਬਿਰਹਾ ਦੇ ਸੰਬੰਧ ਵਿੱਚ ਬਹੁਤ ਬਚਨ ਕੀਤੇ ਆ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਸ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਸਮਝੋ ਉਹ ਤਾਂ ਸ਼ਮਸ਼ਾਨ ਹੈ ਜਿਹਦੇ ਮਨ ਦੇ ਵਿੱਚ ਬਿਰਹਾ ਹੀ ਨਹੀਂ ਪੈਦਾ ਹੋਇਆ। ਸਾਜਨ ਦੇਸ ਵਿਦੇਸੀ ਅੜੇ, ਸੋ ਨੇੜੇ ਦੇਂਦੀ। ਬਹੁਤ ਖੂਬਸੂਰਤ ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਹੈ। ਸਾਜਨ ਦੇਸ ਵਿਦੇਸੀ ਅੜੇ, ਸੋ ਨੇੜੇ ਦੇਂਦੀ। ਭਈ ਇੱਕ ਬੱਚੀ ਦਾ, ਇੱਕ ਔਰਤ ਦਾ, ਨੌਜਵਾਨ ਔਰਤ ਦਾ ਜਿਹੜਾ ਪਤੀ ਹੈ, ਉਹ ਪ੍ਰਦੇਸ਼ ਚਲੇ ਗਿਆ ਹੈ ਔਰ ਉਹਦੀ ਯਾਦ ਦੇ ਵਿੱਚ ਉਹ ਬੜਾ ਤੜਫਦੀ ਹੈ। ਇੰਨਾ ਤੜਫਦੀ ਹੈ, ਕਦੇ ਕਾਵਾਂ ਦੇ ਹੱਥ ਸੁਨੇਹੇ ਭੇਜਦੀ ਹੈ, ਕਦੇ ਉਹ ਸਾਡੇ ਪੰਜਾਬੀ ਕਲਚਰ ਦੇ ਮੁਤਾਬਕ ਔਂਸੀਆਂ ਪਾਉਂਦੀ ਹੈ, ਕਦੇ ਜਦੋਂ ਕਿਤੇ ਡਾਕੀਆ ਆਉਂਦਾ ਉਹਦੇ ਵੱਲ ਦੇਖ ਕੇ ਦੌੜਦੀ ਹੈ। ਸ਼ਾਇਦ ਕਿਸੇ ਸੱਜਣ ਦੀ ਚਿੱਠੀ, ਮੇਰੇ ਸੱਜਣ ਦੀ ਚਿੱਠੀ ਆਈ ਹੋਵੇ। ਉਹ ਜਿਹੜੀ ਅਵਸਥਾ ਹੈ, ਇੱਕ ਵਿਛੋੜੇ ਦੀ ਤੜਫ, ਕਿ ਮੇਰਾ ਆਪਣੇ ਸਰੋਤ, ਮੈਨੂੰ ਪੈਦਾ ਕਰਨ ਵਾਲਾ ਜਿਹੜਾ ਮੇਰਾ ਆਧਾਰ ਸੀਗਾ, ਉਹ ਤੋਂ ਵਿਛੋੜਾ ਪੈ ਗਿਆ ਹੈ। ਮੈਂ ਕਿਸੇ ਕਾਰਨਾਂ ਕਰਕੇ, ਆਪਣੇ ਕੰਮਾਂ ਕਰਕੇ ਉਹ ਤੋਂ ਵਿਛੜ ਗਿਆ ਹੈ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਮੈਂ ਆਪਣੀ ਕਿਰਤ ਤੇ ਕੰਮਾਂ ਦੇ ਕਰਕੇ ਉਸ ਵਾਹਿਗੁਰੂ ਪਰਮਾਤਮਾ ਨਾਲੋਂ ਵਿਛੜ ਗਿਆ। ਜਦੋਂ ਤੁਸੀਂ ਗੱਲ ਕਰਦੇ ਹੋ ਨਾ, ਗੋਬਿੰਦ ਮਿਲਨ ਕੀ ਇਹ ਤੇਰੀ ਵਜ੍ਹਾ, ਉਹਦਾ ਮਤਲਬ ਵੀ ਇਹੀ ਹੈ ਭਈ ਆਪਣੇ ਕਰਮ, ਆਪਣੀ ਕਰਤੂਤਾਂ ਕਰਕੇ ਵਾਹਿਗੁਰੂ ਨਾਲੋਂ ਵਿਛੋੜਾ ਮੇਰਾ ਪੈ ਗਿਆ, ਤੇ ਹੁਣ ਮੈਂ ਉਸ ਵਿਛੋੜੇ ਦੀ ਅੱਗ ਦੇ ਵਿੱਚ ਸੜ ਰਿਹਾ। ਫਰੀਦ ਸਾਹਿਬ ਦੇ ਅਨੇਕਾਂ ਸ਼ਲੋਕ ਨੇ ਇਸ ਸੰਬੰਧ ਵਿੱਚ। ਕਾਂਗਾ ਚੂਨ ਪਿੰਜਰਾ, ਇਹ ਮੇਰੇ ਹੁਣ ਧਿਆਨ ਚ ਬਸੇ ਤਾਂ ਉੱਡਰ ਜਾਏ। ਹਾਂਜੀ, ਬੜੀਆਂ ਉਦਾਹਰਨਾਂ ਨੇ। ਜਦੋਂ ਮਨੁੱਖ ਦੇ ਅੰਦਰ ਉਸ ਵਿਛੋੜੇ ਦੀ ਤੜਫ ਪੈਦਾ ਹੁੰਦੀ ਹੈ, ਫਿਰ ਉਹਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਤਾਂ ਦਰਅਸਲ ਉਹਦੀ ਯਾਦ ਨਾਲੋਂ ਟੁੱਟਿਆ ਹੋਇਆ ਸੀ, ਤਦੇ ਮੇਰੇ ਅੰਦਰ ਵਿਛੋੜਾ ਆਇਆ। ਸੋਦਰ ਦਾ ਪਾਠ ਕਰਦੇ ਹਾਂ, ਰੋਜ਼ ਅਸੀਂ ਪੜ੍ਹਦੇ ਹਾਂ, ਊਡੇ ਊਡ ਆਵੈ ਸਹਿ ਕੋਸਾ, ਤਿਸ ਬਾਛੇ ਬਚਰੇ ਸ਼ਰਿਆ, ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਭਈ ਉਹ ਇੱਕ ਕੂੰਜ ਦੇ ਮਨ ਦੇ ਵਿੱਚ ਆਪਣੇ ਬੱਚਿਆਂ ਤੋਂ ਵਿਛੋੜੇ ਦੀ ਤੜਫ ਹੈ। ਉਹ ਵਿਛੋੜੇ ਦੀ ਤੜਫ ਦੇ ਵਿੱਚ ਤੜਫਦੀ ਹੈ। ਜਦੋਂ ਮਨੁੱਖ ਉਸ ਵਾਹਿਗੁਰੂ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਕਰ ਲੈਂਦਾ ਹੈ, ਫਿਰ ਉਹਨੂੰ ਪਤਾ ਲੱਗਦਾ ਹੈ ਕਿ ਮੈਨੂੰ ਤਾਂ ਉਹਦੀ ਯਾਦ ਆਉਣੀ ਚਾਹੀਦੀ ਸੀ। ਜਦੋਂ ਅਸੀਂ ਪੜ੍ਹਦੇ ਸੀ ਨਾ ਡਾਕਟਰ ਸਾਹਿਬ, ਸਾਨੂੰ ਇੱਕ ਉਦਾਹਰਣ ਦਿੱਤੀ ਜਾਂਦੀ ਹੁੰਦੀ ਸੀ ਜੀ। ਉਦੋਂ ਈਮੇਲਸ ਤਾਂ ਹੈ ਨਹੀਂ ਸੀ, ਨਾ ਹੀ ਅੱਜ ਵਾਂਗੂ ਸਾਡਾ IT ਨੇ ਇੰਨਾ ਡਿਵੈਲਪ ਹੋਈ ਸੀ ਵੀ ਤੁਸੀਂ ਜਿੱਥੇ ਮਰਜ਼ੀ ਗੱਲਾਂ ਬਾਤਾਂ ਕਰ ਲਓ। ਉਹ ਕਹਿੰਦੇ ਘਰ ਦਾ ਕੋਈ ਜੀਵ ਪ੍ਰਦੇਸ਼ ਗਿਆ ਹੋਵੇ ਤੇ ਪ੍ਰਦੇਸ਼ ਗਿਆ ਦਾ ਜੀ ਨਹੀਂ ਲੱਗਦਾ, ਉਹ ਹਰ ਰੋਜ਼ ਆਪਣੇ ਘਰਦਿਆਂ ਨੂੰ ਚਿੱਠੀ ਲਿਖਦਾ ਹੈ
ਜਿਵੇਂ ਇੱਕ ਜੰਗ ਨੌਜਵਾਨ ਬੱਚੀ ਦਾ ਆਪਣੇ ਪਤੀ ਪਿਆਰੇ ਤੋਂ ਵਿਛੜ ਕੇ ਜੀਉ ਨਹੀਂ ਲੱਗਦਾ, ਇਸੇ ਤਰ੍ਹਾਂ ਘਰ ਦੇ ਜੀ ਦਾ ਪਰਦੇਸ ਵਿੱਚ ਜਾ ਕੇ ਜੀ ਨਹੀਂ ਲੱਗਦਾ। ਹਰ ਰੋਜ਼ ਉਹ ਚਿੱਠੀਆਂ ਲਿਖਦਾ ਹੈ, ਫਿਰ ਹੌਲੀ ਹੌਲੀ ਕੰਮਾਂ ਕਾਰਾਂ 'ਚ ਰੁੱਝਣ ਲੱਗ ਪੈਂਦਾ। ਉਹ ਚਿੱਠੀਆਂ ਹਫ਼ਤੇ ਬਾਅਦ ਹੋ ਜਾਂਦੀਆਂ, ਫਿਰ ਉਹ ਮਹੀਨੇ ਬਾਅਦ ਹੋ ਜਾਂਦੀਆਂ, ਫਿਰ ਐਸਾ ਉਹ ਰੁਝੇਵਿਆਂ ਦੇ ਵਿੱਚ ਰੁੱਝਦਾ ਹੈ। ਆਪਾਂ ਸਾਰਿਆਂ ਨੇ ਇਸ ਗੱਲ ਨੂੰ ਮਹਿਸੂਸ ਹੈ, ਆਪਾਂ ਸਾਰਿਆਂ ਨੇ ਇਹ ਜ਼ਿੰਦਗੀ ਜੀਵੀ ਹੈ। ਜੀ ਰੁਝੇਵਿਆਂ 'ਚ ਵੱਜਦਾ ਕਿ ਉਹ 3 ਮਹੀਨੇ ਤੋਂ ਬਾਅਦ 3 ਮਹੀਨੇ ਦੇ ਚਿੱਠੀ ਚਲੀ ਜਾਂਦੀ, ਫਿਰ 6 ਮਹੀਨੇ, ਫਿਰ ਹੌਲੀ ਹੌਲੀ ਸਾਲ ਛਮਾਹੀ 'ਤੇ ਚਲੇ ਜਾਂਦੀ ਹੈ। ਫਿਰ ਇੱਕ ਐਸੀ ਅਵਸਥਾ ਆਉਂਦੀ ਹੈ ਕਿ ਸਾਡੀ ਉਹ ਚਿੱਠੀ ਪੱਤਰ ਵਾਲੇ ਜਿਹੜਾ ਸੰਬੰਧ ਜੁੜਿਆ ਹੁੰਦਾ ਨਾ, ਉਹ ਖਤਮ ਹੀ ਹੋ ਜਾਂਦਾ ਹੈ, ਉਹ ਟੁੱਟ ਹੀ ਜਾਂਦਾ ਹੈ। ਫਿਰ ਕੋਈ ਖਾਸ ਘਟਨਾ ਘਟੇ, ਫਿਰ ਚੇਤਾ ਆਉਂਦਾ ਪਰਿਵਾਰ ਦਾ, ਓਹੋ ਮੇਰਾ ਤਾਂ ਪਰਿਵਾਰ ਉੱਥੇ ਸੀ, ਫਿਰ ਸੰਬੰਧ ਜੋੜਦੇ ਹਾਂ। ਇਹੀ ਅਵਸਥਾ ਸਾਡੀ ਹੈ। ਅਸੀਂ ਉਸ ਪਤੀ ਪਰਮਾਤਮਾ ਨੇ ਪੈਦਾ ਕਰਕੇ ਸੰਸਾਰ ਤੇ ਭੇਜਿਆ ਸਾਨੂੰ, ਤੇ ਅਸੀਂ ਇੱਥੇ ਆ ਕੇ ਉਹਦੇ ਨਾਮ ਰਾਹੀਂ ਉਹਦੀ ਯਾਦ ਵਿੱਚ ਜੁੜੇ ਰਹਿਣਾ ਸੀ। ਪਰ ਅਸੀਂ ਐਸੇ ਦੁਨੀਆਦਾਰੀ ਵਿੱਚ ਖਚਤ ਹੋਏ, ਹੌਲੀ ਹੌਲੀ ਐਸੇ ਹੌਲੀ 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 ਉਹ ਬਿੱਥ ਪਈ ਸਾਡੀ ਪਰਮਾਤਮਾ ਦੇ ਨਾਲ। ਉਹ ਬਿੱਥ ਵੱਧਦੀ ਹੀ ਗਈ ਤੇ ਉਹ ਬਿੱਥ ਜਿਹੜੀ ਹੈ ਉਹਨੂੰ ਘਟਾਉਣ ਵਾਸਤੇ, ਉਸ ਬਿੱਥ ਨੂੰ ਖਤਮ ਕਰਨ ਵਾਸਤੇ, ਉਸ ਵਾਹਿਗੁਰੂ ਪਰਮਾਤਮਾ ਵਿੱਚ ਸੱਚਮੁੱਚ ਹੀ ਅਭੇਦ ਹੋਣ ਵਾਸਤੇ ਫਿਰ ਸਾਨੂੰ ਉਹਦੀ ਸਿਮਰਨ, ਉਹਦੀ ਯਾਦ ਵਿੱਚ ਜੁੜਨ ਦੀ ਜ਼ਰੂਰਤ ਹੈ। ਸਿਮਰਨ ਦੇ ਲਫ਼ਜ਼ੀ ਅਰਥ ਜਿਹੜੇ ਨੇ ਸਿਰਫ ਯਾਦ ਹੈ। ਪਰਮਾਤਮਾ ਦੀ ਯਾਦ ਵਿੱਚ ਜੁੜਨਾ, ਪਰਮਾਤਮਾ ਦੀ ਯਾਦ ਵਿੱਚ ਜ਼ਿੰਦਗੀ ਜਿਉਣੀ ਹੀ ਸਿਮਰਨ ਹੈ। ਤੇ ਜਿਹੜੀ ਤੁਸੀਂ ਗੱਲ ਕਹੀ ਬਿਰਹਾ ਦੀ, ਇਹ ਆਪਣੇ ਸਾਹਮਣੇ ਆਪਾਂ ਆਮ ਜਾਣਦੇ ਹਾਂ ਸਾਖੀ ਗੁਰੂ ਅਰਜਨ ਦੇਵ ਜੀ ਦੀ। ਹਾਂ, ਹਾਲੇ ਗੁਰੂ ਅਰਜਨ ਗੁਰੂ ਨਹੀਂ ਬਣੇ, ਲਾਹੌਰ ਵਿੱਚ ਬੈਠੇ ਬੈਰਾਗ ਦੇ ਵਿੱਚ ਆਪਣੇ ਗੁਰੂ ਪਿਤਾ ਤੋਂ ਵਿਛੋੜੇ ਦੇ ਅਵਸਥਾ ਦੇ ਵਿੱਚ ਉੱਥੇ ਚਿੱਠੀਆਂ ਲਿਖਦੇ ਨੇ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੇ ਸਾਂਤ ਨਾ ਆਵੇ ਬਿਰਦਰਸ਼ਨ ਸੰਤ ਪਿਆਰੇ ਜੀ। ਇੱਥੋਂ ਤੱਕ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਆ ਵਿਛੋੜਾ ਹੈ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ। ਪਰ ਜਦੋਂ ਮੇਲ ਹੋ ਜਾਂਦਾ ਹੈ ਭਾਈ ਸਾਹਿਬ ਜੀ, ਉਦੋਂ ਕੀ ਕਹਿੰਦੇ ਨੇ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਕਰ ਮੈਂ ਪਾਇਆ। ਹੁਣ ਅਸੀਂ ਸਿਮਰਨ ਤੇ ਅਸੀਂ ਵੀ ਕਰਦੇ ਹਾਂ, ਪਰ ਉਹ ਬੈਰਾਗ ਵਿੱਚ ਜਿਹੜਾ ਹੋਣਾ ਚਾਹੀਦਾ ਨਾ, ਉਹ ਸਾਡੇ ਵਿੱਚ। ਜਾਂ ਅਸੀਂ ਆਖਦੇ ਹਾਂ ਕਿ ਅਸੀਂ ਸਿਮਰਨ ਕਰਦੇ ਹਾਂ ਜੀ, ਜਾਂ ਅਸੀਂ ਇਵੇਂ ਕਹਿ ਲਈਏ ਕਿ ਅਸੀਂ ਕਲੇਮ ਕਰਦੇ ਹਾਂ ਕਿ ਅਸੀਂ ਸਿਮਰਨ ਕਰਦੇ ਹਾਂ, ਜੋ ਮਰਜ਼ੀ ਕਹਿ ਲਈਏ। ਪਰ ਜਦੋਂ ਤੱਕ ਉਹ ਵਿਛੋੜੇ ਦੀ ਤੜਫ ਦਾ ਅਹਿਸਾਸ ਨਹੀਂ ਹੁੰਦਾ, ਜਦੋਂ ਤੱਕ ਆਪਣੇ ਪਤੀ ਪਿਆਰੇ ਤੋਂ ਵੱਖਰੇ ਹੋਣ ਦਾ ਅਹਿਸਾਸ ਨਹੀਂ ਹੁੰਦਾ, ਗੁਰਬਾਣੀ 'ਚ ਅਨੇਕਾਂ ਉਦਾਹਰਨਾਂ ਹੈ। ਮੱਛੀ ਨੂੰ ਪਾਣੀ ਤੋਂ ਵੱਖ ਕਰ ਦਿਓ, ਉਹ ਮੱਛੀ ਪਾਣੀ ਤੋਂ ਵੱਖ ਹੋ ਕੇ ਕਿਵੇਂ ਤੜਫਦੀ ਹੈ, ਇਹੋ ਜਿਹੀ ਤੜਫ ਸਾਡੇ ਅੰਦਰ ਹੋਣੀ ਚਾਹੀਦੀ ਹੈ। ਜਿਸ ਦਿਨ ਪ੍ਰਮਾਤਮਾ ਸਾਨੂੰ ਚੇਤੇ ਨਾ ਆਵੇ, ਜਿਸ ਦਿਨ ਉਹ ਪਤੀ ਪਿਆਰਾ, ਉਹ ਪਿਆਰਾ ਵਾਹਿਗੁਰੂ ਪਰਮਾਤਮਾ ਸਾਨੂੰ ਯਾਦ ਨਾ ਆਵੇ, ਸਾਡੇ ਮਨ ਦੀ ਜਿਹੜੀ ਅਵਸਥਾ ਹੈ ਉਸ ਮੱਛੀ ਵਰਗੀ ਹੋਣੀ ਚਾਹੀਦੀ, ਸਾਡੇ ਵਿੱਚ ਤੜਫ ਬਣ ਜਾਣੀ ਚਾਹੀਦੀ ਹੈ ਕਿ ਅੱਜ ਮੈਨੂੰ ਆਪਣਾ ਪਤੀ ਪਰਮੇਸ਼ਰ ਯਾਦ ਨਹੀਂ ਆਇਆ, ਜਾਂ ਉਹਨੇ ਮੈਨੂੰ ਅੱਜ ਯਾਦ ਨਹੀਂ ਕੀਤਾ। ਜਿਹੜਾ ਕੁਝ ਅਸੀਂ ਅੱਜ ਬਣਾ ਲਿਆ ਹੈ ਇੱਕ ਅਗਿਆਨਤਾ, ਬਸ ਦਰਅਸਲ ਇਹ ਤਾਂ ਪਹਿਲੀ ਸਟੇਜ ਹੈ। ਮੈਂ ਆਉਣ ਤੋਂ ਪਹਿਲਾਂ ਮੇਰੀ ਬੱਚੀ ਮੈਨੂੰ ਪੁੱਛਦੀ ਸੀ ਸਿਮਰਨ ਕੀ ਹੁੰਦਾ, ਤੇ ਮੈਂ ਉਹਨੂੰ ਕਿਹਾ ਭਈ ਛੋਟੇ ਹੁੰਦੇ ਸਕੂਲੇ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਹੁੰਦੇ ਸੀ ਜਦੋਂ, ਤੇ 2 ਕਲਾਸਾਂ ਨੂੰ ਸਾਹਮਣੇ ਖੜੀਆਂ ਕਰ ਲੈਂਦੇ ਹੁੰਦੇ ਸੀ। ਉੱਥੇ ਬੈਠ ਖੜੇ ਹੋ ਕੇ ਤੇ ਬਾਹਾਂ ਚੱਕ ਕੇ ਪਹਾੜੇ ਚੇਤੇ ਕਰਦੇ ਹੁੰਦੇ ਸੀ ਜੀ। 2 ਦੂਣੀ 4, 3 ਦੂਣੀ 6, 4 ਦੂਣੀ 8, ਤੇ ਉਹ ਪ੍ਰਾਇਮਰੀ ਕਲਾਸਾਂ ਤੱਕ ਹੀ ਉਹ ਪਹਾੜੇ ਚੇਤੇ ਹੋ ਜਾਂਦੇ ਸੀ, ਆਪਣੇ ਯਾਦ ਦੇ ਵਿੱਚ ਬਸ ਜਾਂਦੇ ਸੀ। ਉਸ ਤੋਂ ਬਾਅਦ ਜਦੋਂ ਹਿਸਾਬ ਦੇ ਜਾਂ ਮੈਥੇਮੈਟਿਕਸ ਦੇ ਕੋਈ ਸਵਾਲ ਹੱਲ ਕਰਨੇ ਪੈਂਦੇ ਹੁੰਦੇ ਸੀ, ਫਿਰ ਝੱਟ ਪਤਾ ਲੱਗ ਜਾਂਦਾ ਸੀ 13 169 ਹੁੰਦਾ ਹੈ, ਕਿਉਂਕਿ ਯਾਦ ਹੋ ਗਿਆ। ਫਿਰ ਉਹ ਕੱਲਾ ਕਰਕੇ ਗਿਣ ਕੇ ਨਹੀਂ ਆਉਣਾ ਪੈਂਦਾ। ਜਦੋਂ ਅਸੀਂ ਜ਼ੁਬਾਨ ਦੇ ਨਾਲ, ਜੀਭ ਦੇ ਨਾਲ ਉੱਚੀ ਕਰਕੇ ਕਿਸੇ ਗੱਲ ਦਾ ਸਿਮਰਨ ਕਰਨ ਦਾ ਯਤਨ ਕਰਦੇ ਹਾਂ, ਇਹ ਬਹੁਤ 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 ਅਰਲੀ ਸਟੇਜ ਹੈ। ਇਹਦੇ ਰਾਹੀਂ ਅਸੀਂ ਉਹਦੇ ਨਾਲ ਸਾਂਝ ਪੈਦਾ ਕਰਨ ਦਾ ਯਤਨ ਕਰਦੇ ਹਾਂ। ਜਦੋਂ ਕਿਸੇ ਦੇ ਨਾਲ ਜੁੜਨਾ ਹੋਵੇ ਤੇ ਉਹਦੇ ਨਾਲ ਜੁੜਨ ਦੇ ਲਈ ਅਸੀਂ ਉਹਦੇ ਗੁਣਾਂ ਨੂੰ ਧਾਰਨ ਕਰਦੇ ਹਾਂ, ਤਾਂ ਅਸੀਂ ਉਹਨਾਂ ਵਰਗੇ ਹੋ ਸਕਦੇ ਹਾਂ। ਮੈਂ ਫਰਜ਼ ਕੀਤਾ ਇਹਨਾਂ ਦੇ ਨਾਲ ਇਹਨਾਂ ਵਰਗਾ ਬਣਨਾ ਹੋਵੇ, ਮੈਨੂੰ ਬੜੇ ਚੰਗੇ ਲੱਗਦੇ ਹੁਣ, ਮੈਂ ਆਸੇ ਪਾਸਿਓਂ ਪਹਿਲਾਂ ਇਹਨਾਂ ਦਾ ਨਾਮ ਪੁੱਛੂੰਗਾ,
ਮੈਨੂੰ ਫਿਰ ਇਹਨਾਂ ਦਾ ਨਾਂ ਪਤਾ ਲੱਗੂਗਾ। ਫਿਰ ਮੈਂ ਹੌਲੀ ਹੌਲੀ ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰੂੰਗਾ। ਇਹਨਾਂ ਨੂੰ ਕਿਹੜੀ ਚੀਜ਼ ਪਸੰਦ ਆਏਗੀ ਹੈ, ਕਿਹੜੀ ਨਹੀਂ ਪਸੰਦ। ਮੈਂ ਵੇਖੂੰਗਾ ਕੱਪੜੇ ਕਿਹੋ ਜਿਹੇ ਪਾਉਂਦੇ ਨੇ, ਇਹ ਬੋਲਦੇ ਕੀ ਹੈ, ਇਹ ਪੜ੍ਹਦੇ ਕੀ ਹੈ, ਇਹ ਸੋਚਦੇ ਕੀ ਹੈ, ਇਹ ਕਿਹੋ ਜਿਹਾ ਮਿਊਜ਼ਿਕ ਸੁਣਦੇ ਹੈ, ਕਿਹੋ ਜਿਹਾ ਪ੍ਰੋਗਰਾਮ ਦੇਖਦੇ ਆ। ਉਹ ਸਾਰਾ ਕੁਝ ਮੈਂ ਜਾਣ ਕੇ ਫਿਰ ਮੈਂ ਉਹਨਾਂ ਵਰਗਾ ਬਣਨ ਦਾ ਯਤਨ ਕਰੂੰਗਾ। ਅਤੇ ਹੌਲੀ ਹੌਲੀ ਕਰਦਿਆਂ ਕਰਦਿਆਂ ਮੈਨੂੰ ਇੱਦਾਂ ਲੱਗੂਗਾ ਮੈਂ ਬਿਲਕੁਲ ਇਹਨਾਂ ਵਾਲੇ ਕੰਮ ਕਰਦਾ ਕਰਦਾ ਦੇਖਣ ਵਾਲੇ ਨੂੰ ਲੱਗੂਗਾ ਵੀ ਇਹ ਤਾਂ ਹੁਣ ਇਹਨਾਂ ਦਾ ਹੀ ਰੂਪ ਹੋ ਗਿਆ। ਬਿਲਕੁਲ ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮਾਤਮਾ ਨਾਲ ਅਭੇਦ ਹੋਣ ਦੀ ਖੇਡ ਹੈ। ਪਹਿਲਾਂ ਅਸੀਂ ਉਹਦਾ ਨਾਮ ਪਤਾ ਕਰਦੇ ਹਾਂ। ਅੱਛਾ, ਮੈਨੂੰ ਨਾ ਇੱਕ ਸਵਾਲ ਆਇਆ ਸੀਗਾ, ਮੈਂ ਉਹਦਾ ਹੁਣ ਜਵਾਬ ਨਾਲ ਲੱਗਦੇ ਦੇ ਦਿਆਂ ਜੀ। ਸਿੱਖ ਜਦੋਂ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਖੰਡੇ ਦੀ ਪੌਲ ਛਕਦਾ ਹੈ ਤੇ ਉਹਨੂੰ ਪੰਜ ਪਿਆਰੇ ਗੁਰ ਮੰਤਰ ਤੇ ਮੂਲ ਮੰਤਰ ਦੀ ਬਖਸ਼ਿਸ਼ ਕਰਦੇ ਆ। ਠੀਕ ਹੈ ਜੀ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਭਾਈ ਗੁਰਦਾਸ ਜੀ ਦੇ ਬਚਨ ਨੇ ਜੀ। ਗੁਰ ਮੰਤਰ ਵਾਹਿਗੁਰੂ, ਮੂਲ ਮੰਤਰ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇਹ ਜਾਪ ਕਰਵਾ ਕੇ ਪੰਜ ਪਿਆਰੇ ਸਾਰੇ ਅੰਮ੍ਰਿਤ ਛਕਣ ਵਾਲੇ, ਪੌਲ ਲੈਣ ਵਾਲੇ ਬੀਬੀਆਂ ਤੇ ਬੰਦਿਆਂ ਨੂੰ ਸਾਂਝੇ ਤੌਰ ਤੇ ਇਹ ਗੁਰ ਮੰਤਰ ਤੇ ਮੂਲ ਮੰਤਰ ਦੇ ਦਿੰਦੇ ਨੇ ਗੁਰੂ ਰਾਹੀਂ। ਫਿਰ ਅਸੀਂ ਇਸ ਗੁਰ ਮੰਤਰ ਦੀ ਕਮਾਈ ਕਰਦਿਆਂ ਕਰਦਿਆਂ, ਗੁਰ ਮੰਤਰ ਦੇ ਰਾਹੀਂ, ਗੁਰ ਮੰਤਰ ਦੀ ਜਾਪ ਕਰਦਿਆਂ ਕਰਦਿਆਂ ਅਸੀਂ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨਾ ਹੁੰਦਾ ਹੈ। ਤੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨ ਦੇ ਲਈ ਗੁਰਮੰਤਰ ਤੋਂ ਬਾਅਦ ਜਿਹੜੇ ਮੂਲ ਮੰਤਰ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੇ ਗੁਣ ਸਾਡੇ ਸਾਹਮਣੇ ਰੱਖੇ ਹੁੰਦੇ ਆ, ਉਹਨਾਂ ਗੁਣਾਂ ਨੂੰ ਧਾਰਨ ਕਰਨ ਦੇ ਨਾਲ, ਜਿਵੇਂ ਜਿਵੇਂ ਉਹਨਾਂ ਗੁਣਾਂ ਨੂੰ ਅਸੀਂ ਧਾਰਨ ਕਰਦੇ ਜਾਵਾਂਗੇ, ਤਿਵੇਂ ਤਿਵੇਂ ਵਾਹਿਗੁਰੂ ਪਰਮਾਤਮਾ ਦੇ ਨਾਲ ਸਾਡੀ ਨੇੜਤਾ ਬਣਦੀ ਚਲੀ ਜਾਊਗੀ। ਪੰਜ ਪਿਆਰੇ ਨਾਮ ਨਹੀਂ ਦਿੰਦੇ, ਗੁਰਮੰਤਰ ਦਿੰਦੇ। ਇਹ ਧਿਆਨ 'ਚ ਰੱਖਣ ਯੋਗ ਗੱਲ ਹੈ। ਜਿਵੇਂ ਅੱਜ ਦਾ ਭੇਖੀ ਪਖੰਡੀ ਦੱਬੀ ਗੁਰੂ ਆਪਣੇ ਚੇਲਿਆਂ ਕੋਲੋਂ ਵੱਧ ਤੋਂ ਵੱਧ ਧਨ ਦੌਲਤ ਲੈ ਕੇ ਤੇ ਉਹਨੂੰ ਨਾਮ ਦਿੰਦਾ ਕੰਨ ਦੇ ਵਿੱਚ, ਪੰਜ ਪਿਆਰੇ ਗੁਰੂ ਖਾਲਸਾ ਪੰਥ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲੋਂ ਨਾਮ ਨਹੀਂ ਦਿੰਦੇ, ਗੁਰਮੰਤਰ ਤੇ ਮੂਲ ਮੰਤਰ ਦਿੰਦੇ ਹੈ। ਗੁਰਮੰਤਰ ਤੇ ਮੂਲ ਮੰਤਰ ਸਾਡੀ ਜ਼ਿੰਦਗੀ ਦਾ ਆਧਾਰ ਹੈ। ਉਹਦੇ ਰਾਹੀਂ ਵਾਹਿਗੁਰੂ ਵਾਹਿਗੁਰੂ ਨੂੰ ਸਿਮਰਨ ਕਰਕੇ, ਵਾਹਿਗੁਰੂ ਵਾਹਿਗੁਰੂ ਨੂੰ ਉਚਾਰਨ ਕਰਕੇ, ਵਾਹਿਗੁਰੂ ਦੇ ਨਾਲ ਜੁੜ ਕੇ, ਉਸ ਤੋਂ ਬਾਅਦ ਵਾਹਿਗੁਰੂ ਦੇ ਜਿਹੜੇ ਗੁਣ ਮੂਲ ਮੰਤਰ ਵਿੱਚ ਸਾਨੂੰ ਦਿੱਤੇ ਆ, ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਅਸੀਂ ਵਾਹਿਗੁਰੂ ਵਰਗੇ ਬਣਨ ਦਾ ਯਤਨ ਕਰਨਾ। ਤੇ ਜਿਵੇਂ ਜਿਵੇਂ ਵਾਹਿਗੁਰੂ ਵਰਗੇ ਬਣਨ ਦਾ ਯਤਨ ਕਰਦੇ ਜਾਵਾਂਗੇ, ਤਿਵੇਂ ਤਿਵੇਂ ਹੀ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਹੁੰਦਾ ਜਾਊਗਾ। ਤੇ ਜਿਵੇਂ ਜਿਵੇਂ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਸਾਡੇ ਜੀਵਨ 'ਚ ਹੁੰਦਾ ਜਾਊਗਾ, ਤਿਵੇਂ ਤਿਵੇਂ ਸਾਡੇ ਜੀਵਨ ਦੇ ਵਿੱਚ ਆਨੰਦ ਬਣਦਾ ਚਲਿਆ ਜਾਊਗਾ। ਜੇ ਅਸੀਂ ਪਹਿਲੀ ਸਟੇਜ ਤੇ ਬੈਠ ਕੇ ਉਹ 2 ਦੂਣੀ 4 ਵਾਲੀ ਮੁਹਾਰਨੀ ਹੀ ਪੜ੍ਹੀ ਗਏ, ਫਿਰ ਉਹ ਜਿਹੜੀ ਪੂਰਨ ਡਿਵੈਲਪਮੈਂਟ ਵਾਲੀ ਸਪਿਰਿਚੁਅਲ ਅਧਿਆਤਮਕ ਡਿਵੈਲਪਮੈਂਟ ਦੀ ਜਿਹੜੀ ਅਵਸਥਾ ਹੈ, ਉਹ ਕਦੋਂ ਪ੍ਰਾਪਤ ਕਰਾਂਗੇ? ਤੇ ਅਖੀਰ ਤੇ ਮੰਜ਼ਿਲ ਭਾਈ ਸਾਹਿਬ ਜੀ ਆਪਣੀ ਹੈ ਜਿਹੜੀ ਅੱਗੇ ਵੀ ਆਪਾਂ ਕਹਿ ਚੁੱਕੇ ਹਾਂ ਕਿ ਗੁਣਮੈ ਗੁਣੀ ਸਮਾਵਣਿਆ। ਹਾਂ, ਇਹ ਮੰਜ਼ਿਲ ਹੈ, ਇਹ ਮੰਜ਼ਿਲ ਹੈ। ਸ਼ੁਰੂ ਹੋਣਾ ਹੈ, ਉੱਚੀ ਕਰਨਾ ਹੈ, ਹੌਲੀ ਕਰਨਾ ਹੈ, ਹੌਲੀ ਕਰਨਾ ਹੈ, ਕਿੱਦਾਂ ਕਰਨਾ ਹੈ, ਪਰ ਸ਼ੁਰੂ ਜ਼ਰੂਰ ਕਰੀਏ। ਇਹ ਨਹੀਂ ਵੀ ਅਸੀਂ ਕੰਧੇ ਤੇ ਬੈਠੇ ਇੱਥੇ ਗੱਲਾਂ ਕਰਕੇ ਚੱਲ ਜਾਈਏ ਵੀ ਬਸ ਠੀਕ ਹੈ ਜੀ, ਜਪਣਾ ਚਾਹੀਦਾ, ਮੈਨੂੰ ਸਿਮਰਨਾ ਚਾਹੀਦਾ। ਮੈਨੂੰ ਘਟਨਾ ਇੱਕ ਉਦਾਹਰਨ ਯਾਦ ਆ ਗਈ ਹੁਣੇ ਧੰਨ ਗੁਰੂ ਗ੍ਰੰਥ ਸਾਹਿਬ 'ਚੋਂ ਨਾਮ ਦੇ ਸੰਬੰਧ 'ਚ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਹੁਤ ਖੂਬਸੂਰਤ ਪੰਕਤੀ ਹੈ, ਵਰਸੋ ਮੇਘ ਸਖੀ ਘਰ ਪਾਹਨ ਆਏ। ਵਰਸੋ ਮੇਘ ਸਖੀ, ਹੈ ਮੇਰੇ ਮਿੱਤਰ ਬੱਦਲ, ਅੱਜ ਵਰਸ ਤੂੰ, ਗਰਮੀ ਬਹੁਤ ਹੈ, ਅੱਜ ਤੂੰ ਵਰਸ, ਕਿਉਂਕਿ ਮੇਰੇ ਘਰ ਸੱਜਣ ਆਏ ਨੇ। ਉਹ ਸ਼ਬਦ ਨੂੰ ਸਾਰਿਆਂ ਨੂੰ ਕਦੇ ਵਿਚਾਰ ਕੇ ਵੇਖੀਏ ਨਾ। ਸੱਜਣ ਕੌਣ ਨੇ? ਸਤ ਸੰਗੀ, ਉਹ ਲੋਕ ਜਿਹੜੇ ਸੱਚਮੁੱਚ ਹੀ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਨੇ। ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਬਸ ਇਹ ਨਾਮ ਹੈ। ਸੰਗਤ 'ਚ ਬੈਠ ਕੇ ਉਸ ਵਾਹਿਗੁਰੂ ਪਰਮਾਤਮਾ ਦੀਆਂ ਕਹਾਣੀਆਂ ਕਰਨੀਆਂ, ਉਸ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ। ਗੁਣਾਂ ਨੂੰ ਇਸ ਕਰਕੇ ਨਹੀਂ ਗਾਉਣਾ ਕਿ ਸਾਡੇ ਗੁਣ ਗਾਉਣ ਦੇ ਨਾਲ ਵਾਹਿਗੁਰੂ ਦੀ ਉਸਤਤੀ ਹੋ ਜਾਊਗੀ। ਗੁਣ ਇਸ ਕਰਕੇ ਨਹੀਂ ਗਾਉਣੇ ਕਿ ਸਾਡੇ ਕਹਿਣਾ ਦੇ ਨਾਲ ਵਾਹਿਗੁਰੂ ਵੱਡਾ ਹੋ ਜਾਊਗਾ। ਨਾ, ਵੱਡੋ ਨਾ ਹੋਵੇ
ਘਾਟ ਨਾ ਜਾਏ। ਗੁਣ ਇਸ ਕਰਕੇ ਗਾਉਣੇ ਆ ਕਿ ਗੁਣ ਗਾਉਂਦਿਆਂ ਗਾਉਂਦਿਆਂ ਹੀ ਗਾਉਂਦਿਆਂ ਵਾਹਿਗੁਰੂ ਵਾਲੇ ਗੁਣ ਸਾਡੇ ਜੀਵਨ 'ਚ ਪ੍ਰਕਾਸ਼ ਕਰ ਜਾਣ, ਸਾਡੇ ਜੀਵਨ ਦੇ ਵਿੱਚ ਪ੍ਰਵੇਸ਼ ਕਰ ਜਾਣ। ਜਦੋਂ ਸਾਡੇ ਜੀਵਨ ਦੇ ਵਿੱਚ ਉਹ ਗੁਣ ਆ ਜਾਣਗੇ, ਫਿਰ ਨਾ ਤੇ ਬੈਰ ਹੋਏਗਾ, ਨਾ ਵਿਰੋਧ ਹੋਏਗਾ, ਨਾ ਈਰਖਾ ਹੋਏਗੀ, ਨਾ ਦੁਵੈਕ ਹੋਏਗਾ, ਨਾ ਹੀ ਹੰਕਾਰ ਹੋਏਗਾ, ਨਾ ਹਉਮੈ ਹੋਏਗੀ। ਫਿਰ ਤਾਂ ਆਪਣੇ ਆਪ ਹੀ ਸਾਡੇ ਜ਼ਿੰਦਗੀ ਦੇ ਵਿੱਚ ਜਿਹੜਾ ਸਹਿਜ ਹੈ ਉਹ ਪ੍ਰਾਪਤ ਹੋ ਜਾਊਗਾ। ਪਰ ਬਹੁਤੀ ਵਾਰੀ ਸਾਡੀ ਜਿਹੜੀ ਅਵਸਥਾ ਹੈ, ਅਸੀਂ ਇਹਨੂੰ ਰਿਚੁਅਲਾਈਜ਼ਡ ਹੀ ਕਰ ਲਿਆ ਸਿਸਟਮ ਨੂੰ। ਅਸੀਂ ਇੱਕ ਕਰਮ ਧਰਮ ਜੇ ਬਣਾ ਕੇ ਰੱਖ ਲਿਆ। ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਖੂਬਸੂਰਤ ਬਚਨ ਹੈ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਤ ਛੂਟੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਗੁਰੂ ਦੀ ਕਿਰਪਾ ਨਾਲ ਸਾਡਾ ਜਿਹੜਾ ਸੰਤਨ ਦੇ ਨੰਨੇ ਨੂੰ ਔਂਕੜ ਹੈ, ਇੱਕ ਵਚਨ ਹੈ ਇੱਥੇ, ਸੰਤਨ ਦੇ ਲਫ਼ਜ਼ ਗੁਰੂ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਜਿਹੜਾ ਗੁਰੂ ਦੇ ਬਚਨ ਦੀ ਕਮਾਈ ਕਰਦਾ ਹੈ, ਉਹ ਗੁਰੂ ਦੀ ਕਿਰਪਾ ਦੇ ਨਾਲ ਇਸ ਭਵ ਸਾਗਰ ਤੋਂ ਤਰ ਜਾਂਦਾ ਹੈ। ਹੁਣ ਅਸੀਂ ਇਹ ਕਰਨਾ ਹੈ ਕਿ ਉਹ ਜਿਹੜਾ ਇੱਕ ਰਿਚੁਅਲ ਜਿਹਾ ਸਿਸਟਮ ਬਣਾ ਕੇ ਰੱਖ ਲਿਆ ਸੀ, ਜਿਹੜਾ ਅਸੀਂ ਕਰਮ ਧਰਮ ਜਿਹਾ ਬਣਾ ਕੇ ਰੱਖ ਲਿਆ ਜ਼ਿੰਦਗੀ ਦਾ, ਉਹਨੂੰ ਛੱਡ ਕੇ ਸੱਚਮੁੱਚ ਹੀ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜੇ ਛੂਟੇ, ਤਾਂ ਕਿ ਸਾਡੇ ਜੀਵਨ ਦੇ ਵਿੱਚ ਉਹ ਜਿਹੜਾ ਖੇੜਾ ਹੈ, ਉਹ ਜਿਹੜਾ ਆਨੰਦ ਹੈ, ਉਹ ਪ੍ਰਗਟ ਹੋ ਸਕੇ। ਤੇ ਇਸ ਸਿਮਰਨ ਕਰਦਿਆਂ ਉਹ ਅਵਸਥਾ ਆ ਜਾਣੀ ਹੈ ਜਦੋਂ ਸਿਮਰਨ ਸਾਡੇ ਜੀਵਨ ਦਾ ਹਿੱਸਾ ਬਣ ਜਾਣਾ ਹੈ। ਉਸ ਮੰਜ਼ਿਲ ਤੱਕ ਪਹੁੰਚਣਾ ਹੈ। ਤੇ ਭਾਈ ਸਾਹਿਬ ਜੀ, ਮੈਨੂੰ ਚੇਤਾ ਆ ਗਿਆ ਭਗਤ ਤ੍ਰਿਲੋਚਨ ਦਾ ਪਦਾ ਗੁਜਰੀ ਰਾਗ ਦੇ ਵਿੱਚ ਕਿ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਉਤਰੈ, ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਫਿਰ ਕਹਿੰਦੇ ਨੇ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ, ਬੇਸਵਾ ਜੋਨ ਬਲ ਬਲ ਉਤਰੈ, ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸੂਕਰ ਜੋਨ ਬਲ ਬਲ ਉਤਰੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਬਲ ਬਲ ਉਤਰੈ, ਅੰਤ ਪਾ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ, ਬਦ ਤਲੋਚਨ ਤੇ ਨਾਲ ਮੁਕਤਾ, ਪੀਤੰਬਰ ਬਾ ਕੇ ਹਿਰਦੇ ਵਸੇ। ਆਹ ਅਵਸਥਾ ਬਣਾਉਣੀ ਹੈ। ਤੇ ਤਾਂ ਕਿ ਅੰਤਕਾਲ ਇਹ ਨਹੀਂ ਕਹਿਣਾ ਵੀ ਚਲੋ ਅੰਤਕਾਲ ਵਿੱਚ ਉੱਥੇ ਜਾ ਕੇ ਉਦੋਂ ਸਿਮਰਨ ਲਵਾਂਗੇ। ਜੇ ਹੁਣ ਸਾਰੀ ਉਮਰ ਅਸੀਂ ਠੱਗੀ ਠੋਰੀ ਮਾਰਦੇ ਰਹੇ, ਇੱਕ ਆਮ ਕਹਾਣੀ ਸੁਣਾਉਂਦੇ ਹੁੰਦੇ ਨੇ ਜੀ, ਆਪਣੇ ਬਾਣੀਆਂ ਪਿਆ ਅਖੀਰਲੀ ਸੇਜਾ ਦੇ ਉੱਤੇ ਸ਼ਾਹ ਅਖੀਰਲੇ ਆਉਣ ਲੱਗੇ ਨੇ, ਤੇ ਉਹਦਾ ਪੁੱਤ ਤਿੰਨ ਚਾਰ ਜਿਹੜੇ ਸੀ ਉਹ ਆ ਗਏ ਸ਼ੌਪ ਛੱਡ ਕੇ। ਉਹ ਕਹਿੰਦਾ ਜੋਗਿੰਦਰ ਕਿੱਥੇ ਆ ਜੀ? ਹਾਂ ਜੀ ਮੈਂ ਕੋਲ। ਮਹਿੰਦਰ ਕਿੱਥੇ ਆ ਜੀ? ਮੈਂ ਕੋਲ ਆ। ਨਰਿੰਦਰ ਕਿੱਥੇ ਆ? ਉਹ ਵੀ ਕੋਲ ਆ। ਉਹ ਕਹਿੰਦਾ ਤੁਸੀਂ ਸਾਰੇ ਛੱਡ ਕੇ ਆਏ ਹੋ, ਦੁਕਾਨ ਕਿੰਨੇ ਕਰਨੀ? ਉਹ ਕਹਿੰਦੇ ਵੀ ਤੂੰ ਰਾਮ ਕਹਿ। ਉਹ ਕਹਿੰਦਾ ਤੂੰ ਦੁਕਾਨ ਕਿੱਥੇ? ਹੁਣ ਅੰਤ ਕਾਲ, ਅੰਤ ਨੂੰ ਉਹੀ ਉਹ ਚੇਤਾ ਆਉਣਾ ਹੈ ਜਿਹੜਾ ਅਸੀਂ ਸਾਰੀ ਜ਼ਿੰਦਗੀ ਵਿੱਚ ਕੀਤਾ ਹੋਵੇਗਾ। ਬਹੁਤ ਔਖਾ ਸੀ। ਆਪਣਾ ਸਮਾਂ ਖਤਮ ਹੋ ਚੱਲਿਆ ਡਾਕਟਰ ਸਾਹਿਬ ਜੀ। ਕੋਸ਼ਿਸ਼ ਕੀਤੀ ਹੈ ਕਿ ਪ੍ਰੈਕਟੀਕਲੀ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝ ਕੀਤੀ ਜਾਏ ਇਸ ਸਬਜੈਕਟ ਦੇ ਸੰਬੰਧ ਵਿੱਚ। ਦਰਅਸਲ ਜਦੋਂ ਅਸੀਂ ਸਿੱਖ ਫਿਲਾਸਫੀ ਦਾ ਪਹਿਲਾ ਸੀਰੀਅਲ ਖਤਮ ਕੀਤਾ ਸੀ, ਉਸ ਤੋਂ ਬਾਅਦ ਤੁਹਾਡੀਆਂ ਈਮੇਲਸ ਬਹੁਤ ਆਈਆਂ, ਅਤੇ ਤੁਹਾਡੀਆਂ ਈਮੇਲਸ ਦੇ ਆਧਾਰ ਦੇ ਉੱਤੇ ਮੈਂ 8 ਸਬਜੈਕਟ ਸ਼ੋਰਟ ਲਿਸਟ ਕੀਤੇ ਸੀਗੇ, ਅਤੇ ਅਸੀਂ 4 ਜਾਂ 5 ਕਰ ਸਕਣੇ ਆ ਐਤਕੀ ਦਸੰਬਰ ਤੱਕ ਕਰਨੇ ਨੇ। ਅਸੀਂ ਉਹ ਜਿਵੇਂ ਤੁਸੀਂ ਚਾਹੋਗੇ ਉਹਨੂੰ ਉਸੇ ਤਰ੍ਹਾਂ ਕਰਨ ਦਾ ਅਸੀਂ ਯਤਨ ਕਰਾਂਗੇ। ਪਿਛਲੇ ਸਮੇਂ ਦੇ ਵਿੱਚ ਜਿੱਥੇ ਵੀ ਕਿਤੇ ਤੁਹਾਡੀਆਂ ਈਮੇਲਸ ਕਾਫੀ ਆਈਆਂ, ਜਾਂ ਜਦੋਂ ਵੀ ਕਿਤੇ ਬਾਹਰ ਤੁਸੀਂ ਮਿਲਦੇ ਹੋ, ਤੁਸੀਂ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕਰਦੇ ਹੋ, ਤੁਸੀਂ ਬਹੁਤ ਪਸੰਦ ਕਰਦੇ ਹੋ ਇਸ ਪ੍ਰੋਗਰਾਮ ਨੂੰ, ਔਰ ਤੁਹਾਡੇ ਪਿਆਰ ਦੇ ਬੱਝੇ ਹੋਏ ਆ ਕੇ ਸਤਿਗੁਰੂ ਦਾ ਓਟ ਆਸਰਾ ਲੈ ਕੇ ਸਤਿਗੁਰੂ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਉਪਰਾਲਾ ਜਿਹਾ ਕਰਦੇ ਹਾਂ। ਕਈ ਵਾਰੀ ਗੱਲ ਸਪਸ਼ਟ ਹੁੰਦੀ ਹੈ ਸਾਹਮਣੇ, ਉਹਨੂੰ ਐਕਸਪਲੇਨ ਕਰਨ ਦੇ ਲਈ, ਉਹਨੂੰ ਸਪਸ਼ਟ ਕਰਨ ਦੇ ਲਈ ਯੋਗ ਸ਼ਬਦ ਨਹੀਂ ਲੱਭਦੇ, ਯੋਗ ਪੰਕਤੀ ਉਹਦਾ ਸੰਬੰਧਿਤ ਯਾਦ ਨਹੀਂ ਆਉਂਦੀ, ਅਤੇ ਕਈ ਵਾਰੀ ਉਹ ਵਿਚਾਰ ਅਧੂਰੀ ਜਿਹੀ ਰਹਿ ਜਾਂਦੀ ਹੈ। ਜੇ ਐਸੀ ਅਵਸਥਾ ਬਣ ਗਈ, ਤੁਸੀਂ ਖਿਮਾ ਕਰ ਦਿਓ, ਅੱਗੋਂ ਤੋਂ ਅਰਦਾਸ ਕਰਿਓ। ਪਰ ਇੱਕ ਗੱਲ ਜ਼ਰੂਰ ਯਾਦ ਰੱਖਿਓ ਆਪਣੇ ਹਿਰਦੇ ਦੇ ਵਿੱਚ, ਮੇਰਾ ਇਹ ਪੱਕਾ ਵਿਸ਼ਵਾਸ ਹੈ ਡਾਕਟਰ ਸਾਹਿਬ ਜੀ, ਜੇ ਸੱਚਮੁੱਚ ਹੀ ਮਨ ਕਰਕੇ, ਅੰਤਰ ਮਨ ਕਰਕੇ ਅਸੀਂ ਸਤਿਗੁਰੂ ਦੀ ਸਿੱਖਿਆ ਮੁਤਾਬਕ ਜੀਵਨ ਜਿਉਣਾ ਚਾਹੁੰਦੇ ਹਾਂ, ਤੇ ਮੇਰਾ ਇਹ ਵਿਸ਼ਵਾਸ ਹੈ ਸਤਿਗੁਰੂ ਕੋਈ ਨਾ ਕੋਈ ਢੋ ਮੇਲਾ
ਮਿਲਾ ਦਿੰਦਾ ਹੈ। ਜੀ। ਸਾਡੀ ਉਹ ਇੱਛਾ ਪੂਰੀ ਹੋ ਜਾਂਦੀ ਹੈ, ਕਿਉਂਕਿ ਸਤਿਗੁਰੂ ਆਪ ਚਾਹੁੰਦਾ ਹੈ ਅਸੀਂ ਚੰਗੇ ਬਣੀਏ। ਸਤਿਗੁਰੂ ਜੀ ਦੀ ਆਪ ਇੱਛਾ ਹੈ ਅਸੀਂ ਸੁਖੀ ਰਹੀਏ, ਅਸੀਂ ਆਨੰਦ ਲਈਏ, ਸਾਡੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਵਿਕਾਰ ਹੈ, ਕਲਾ ਕਲੇਸ਼ ਹੈ, ਉਹ ਨਾ ਆਵੇ, ਸਾਡੀ ਜ਼ਿੰਦਗੀ ਵਿੱਚ ਦੁੱਖ ਨਾ ਆਵੇ। ਇਸ ਕਰਕੇ ਅਰਦਾਸ ਕਰਿਆ ਕਰੀਏ ਆਪਾਂ ਸਾਰੇ ਰਲ ਮਿਲ ਕੇ ਵੀ ਸਤਿਗੁਰੂ ਸਾਡੀਆਂ ਭੁੱਲਾਂ ਨਾ ਚਿਤਾਰੇ, ਸਾਡੀਆਂ ਕਮਜ਼ੋਰੀਆਂ ਨਾ ਪ੍ਰਗਟ ਕਰੇ, ਸਾਨੂੰ ਬਖਸ਼ ਕੇ ਮਿਹਰ ਕਰਕੇ ਜਿੰਨਾ ਮਰਜ਼ੀ ਅਸੀਂ ਉਦਮ ਕਰ ਲਈਏ। ਇੱਕ ਗੱਲ ਸਪਸ਼ਟ ਹੈਗੀ ਆ ਕਿ ਗੁਰਬਾਣੀ ਨੇ ਵਾਰ-ਵਾਰ ਇਹ ਗੱਲ ਕਹੀ ਹੈ, ਪ੍ਰਾਪਤੀ ਸਤਿਗੁਰੂ ਦੀ ਮਿਹਰ ਤੋਂ ਬਗੈਰ ਨਹੀਂ ਹੋਣੀ। ਅਸੀਂ ਵਾਹਿਗੁਰੂ ਦੇ ਪ੍ਰਾਪਤੀ ਕਰਨ ਲਈ, ਵਾਹਿਗੁਰੂ ਦੇ ਰਸਤੇ ਤੇ ਚੱਲਣ ਲਈ ਗੁਰੂ ਦਾ ਜਿਹੜਾ ਕਰਮ ਹੈ, ਗੁਰੂ ਦੀ ਜਿਹੜੀ ਮਿਹਰ ਹੈ, ਗੁਰੂ ਦੀ ਜਿਹੜੀ ਬਖਸ਼ਿਸ਼ ਹੈ, ਉਹ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਦਾ ਹੈ, ਉਦਮ ਕਰੀਏ, ਫਿਰ ਸਾਰਾ ਕੁਝ ਪ੍ਰਾਪਤ ਹੋ ਜਾਊਗਾ। ਸੋ ਇਹ ਬਖਸ਼ਿਸ਼ ਤਾਂ ਹੀ ਹੋਣੀ ਹੈ ਜੇ ਗੁਰੂ ਦੀ ਬਖਸ਼ਿਸ਼ ਹੋਈ, ਤੇ ਕੋਸ਼ਿਸ਼ ਕਰਨੀ ਹੈ ਜਿਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਉਹ ਹੋਣਾ ਤਾਂ ਹੀ ਹੋਏ ਜੇ ਅਸੀਂ ਹਰ ਕੰਮ ਕਾਜ ਕਰਦੇ ਹਾਂ ਉਹਨੂੰ ਚੇਤੇ ਰੱਖੀਏ, ਫਿਰ ਉਹ ਕਿਨਕਾ ਸਾਡੇ ਮਨ ਵਿੱਚ ਵੀ ਵਸ ਜਾਵੇਗਾ। ਅਤੇ ਅਖੀਰ ਦੇ ਉੱਤੇ ਆਪਾਂ ਇਹ ਪੰਕਤੀਆਂ ਕਹਿ ਕੇ ਸਮਾਪਤੀ ਕਰਦੇ ਹਾਂ ਕਿ ਜਿਨ ਗੁਰਮੁਖ ਨਾਮ ਤੇ ਆਇਆ, ਆਏ ਤੇ ਪ੍ਰਵਾਨ, ਨਾਨਕ ਕੁੱਲ ਉਦਾਰੇ ਆਪਣਾ, ਦਰਗਹਿ ਪਾਵੈ ਮਾਨ। ਆਹ ਅਵਸਥਾ, ਇਸ ਸਟੇਜ ਤੇ ਆਪਾਂ ਪਹੁੰਚਣਾ ਹੈ। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ, ਉਹਦੇ ਵਾਸਤੇ ਈਮੇਲ ਸਾਡੀ ਹੋਈ ਹੈ fateh@sikhchannel.tv ਜਾਂ ਹੋਰ ਬਣਾਈ ਜੀ। ਤੁਸੀਂ ਜੇ ਮੈਨੂੰ ਸਾਡੀਆਂ ਈਮੇਲ ਸੈਟਅਪ ਹੋ ਗਈਆਂ ਇੱਥੇ ਸਿੱਖ ਚੈਨਲ ਦੇ ਵਿੱਚ, asm@sikhchannel.tv ਤੇ ਜੇ ਤੁਸੀਂ ਈਮੇਲ ਪਾਓਗੇ ਤੇ ਉਹ ਮੈਨੂੰ ਆ ਜਾਏਗੀ। ਅਸੀਂ ਤੁਹਾਡੀਆਂ ਈਮੇਲਾਂ ਦੀ ਉਡੀਕ ਕਰਾਂਗੇ। ਸੋ ਅਗਲਾ ਪ੍ਰੋਗਰਾਮ ਅਗਲੇ ਹਫਤੇ ਸਤਿਗੁਰੂ ਉਹਨੇ ਬਖਸ਼ਿਸ਼ ਕੀਤੀ ਤੇ ਨਵਾਂ ਸਬਜੈਕਟ ਜਿਹੜਾ ਕਿ ਤੁਹਾਡੀਆਂ ਈਮੇਲਾਂ ਆਈਆਂ ਉਹਨਾਂ 'ਚੋਂ ਵਿਚਾਰ ਕੇ ਭਾਈ ਸਾਹਿਬ ਜੀ ਨੇ ਰੱਖਿਆ ਹੈ, ਉਹ ਅਗਲੇ ਹਫਤੇ ਲੈ ਕੇ ਹਾਜ਼ਰ ਹੋਵਾਂਗੇ। ਇੰਨਾ ਹੀ ਕਹਿੰਦੇ ਹੋਏ ਸਾਤੋਂ ਕੋਈ ਗਲਤੀ ਹੋਈ ਸਮੁੱਚੇ ਤੌਰ ਤੇ ਮਾਫੀ ਮੰਗ ਲੈਂਦੇ ਹਾਂ। ਯਾਦ ਰੱਖਣਾ, ਆਪਾਂ ਕਿਨਾਰੇ ਤੇ ਬੈਠੇ ਨਹੀਂ ਰਹਿਣਾ, ਤੁਰਨਾ ਹੈ। ਮੰਜ਼ਿਲ ਗੁਣਮੈ ਗੁਣੀ ਸਮਾਵਨ ਹੈ, ਤੁਰਨਾ ਹੈ। ਵਾਹਿਗੁਰੂ ਵਾਹਿਗੁਰੂ ਜਾਂ ਨਾਮ ਹੌਲੀ ਹੌਲੀ ਜਪ ਕੇ ਮੰਜ਼ਿਲ ਆਪਣੇ ਸਾਹਮਣੇ ਹੈ। ਅਤੇ ਅੱਜ 21ਵੀਂ ਸਦੀ ਦੇ ਵਿੱਚ ਦੀ ਵਿਚ ਰਹੇ ਹਾਂ, ਸਾਰੇ ਸੂਝਵਾਨ ਹਾਂ। ਸਾਨੂੰ ਸਭ ਨੂੰ ਪਤਾ ਹੈ ਕਿ ਸੁੱਖ ਕਿੱਦਾਂ ਲੈਣਾ ਹੈ। ਹਰ ਕਾ ਨਾਮ ਸਦਾ ਸੁਖਦਾਈ ਬਾਰ-ਬਾਰ ਪੜ੍ਹੀ ਜਾਂਦੇ ਆ, ਤੇ ਜੇ ਨਹੀਂ ਪੜ੍ਹਦੇ ਉਹ ਦੁਖਦਾਈ ਵੀ ਹੈ। ਸੋ ਇਹ ਮੰਜ਼ਿਲ ਹੈ ਆਪਣੀ। ਸੋ ਇਹ ਆਪਾਂ ਸ਼ੁਰੂ ਕਰਨਾ ਹੈ। ਇਹਦੇ ਨਾਲ ਅੱਜ ਫਤਿਹ ਬੁਲਾਉਂਦੇ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।